ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਇਹ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੋਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਤੇ ਡਰੱਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ ਤੇ ਸਾਡਾ ਸਮਾਜ ਡਰੱਗ ਫ੍ਰੀ ਸਿਰਜਿਆ ਜਾ ਸਕੇ। ਦੋਸਤੋ, ਕੋਹੇ-ਨੂਰ ਇੱਕ ਹੀਰਾ ਹੀ ਨਹੀਂ ਹੈ, ਕੋਹੇ-ਨੂਰ ਇੱਕ ਹੀਰਾ ਹੀ ਨਹੀਂ ਹੈ, ਇਹ ਜ਼ਿੰਦਗੀ ਕੋਹੇ-ਨੂਰ ਹੈ। ਕੋਹੇ-ਨੂਰ ਇੱਕ ਹੀਰਾ ਹੀ ਨਹੀਂ ਹੈ, ਇਹ ਜ਼ਿੰਦਗੀ ਕੋਹੇ-ਨੂਰ ਹੈ। ਕੋਹੇ-ਨੂਰ ਤਾਂ ਪੱਥਰ ਅੰਦਰੋਂ, ਕੋਹੇ-ਨੂਰ ਤਾਂ ਪੱਥਰ ਅੰਦਰੋਂ, ਇਹ ਜ਼ਿੰਦਗੀ ਨੂਰੋ ਨੂਰ ਹੈ। ਜੇ ਕੋਈ ਰੋਲੇ ਨਸ਼ਿਆਂ ਵਿੱਚ, ਜੇ ਕੋਈ ਰੋਲੇ ਨਸ਼ਿਆਂ ਵਿੱਚ, ਫਿਰ ਇਹਦਾ ਕੀ ਕਸੂਰ ਹੈ। ਪਰ ਕੀਮਤ ਨੂੰ ਜਾਣਨ ਦੇ ਲਈ ਜੋਹਰੀ ਹੋਣਾ ਪੈਣਾ ਜ਼ਰੂਰ ਹੈ, ਜੋਹਰੀ ਹੋਣਾ ਪੈਣਾ ਜ਼ਰੂਰ ਹੈ। ਤੇ ਇੱਥੋਂ ਹੀ ਅੱਜ ਦੀ ਇਸ ਐਪੀਸੋਡ ਦੀ ਸ਼ੁਰੂਆਤ ਕਰਨਾ ਚਾਹਾਂਗਾ ਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹਾਂਗਾ ਸਰਦਾਰ ਰਣਵੀਰ ਸਿੰਘ ਜਟਵਾਲ ਜੀ ਦਾ, ਜੋ ਕਿ ਰਿਮੋਟਲੀ ਸਾਡੇ ਨਾਲ ਜੁੜ ਚੁੱਕੇ ਹਨ ਇਸ ਐਪੀਸੋਡ ਦੇ ਵਿੱਚ। ਟਵਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਟਵਾਲ ਜੀ, ਯੂਕੇ ਦੇ ਵਿੱਚ ਕਰੋਨਾ ਦੀ ਸੈਕੰਡ ਵੇਵ ਦਾ ਇੱਕ ਅਲਰਟ ਹੋ ਚੁੱਕਿਆ, ਤੇ ਪਰ ਜਦੋਂ ਅਸੀਂ ਬਾਹਰ ਦੇਖਦੇ ਹਾਂ ਤਾਂ ਸਾਨੂੰ ਲੋਕ ਜਿਹੜੇ ਆ, ਅਸੀਂ ਲੋਕ ਜੋ ਹਾਂ, ਉਹ ਕੋਈ ਜ਼ਿਆਦਾ ਸੁਹਿਰਦ ਨਹੀਂ ਦਿਖ ਰਹੇ, ਜ਼ਿਆਦਾ ਰਿਸਪੌਂਸੀਬਲ ਨਹੀਂ ਦਿਖ ਰਹੇ ਐਕਟ ਕਰਦੇ ਹੋਏ, ਕਿਉਂਕਿ ਬਹੁਤ ਘੱਟ ਲੋਕ ਨੇ ਜੋ ਮਾਸਕ ਪਾ ਰਹੇ ਹਨ। ਵੱਡੀਆਂ ਵੱਡੀਆਂ ਗੈਦਰਿੰਗਸ ਵੀ ਹੋ ਰਹੀਆਂ ਨੇ। ਕੀ ਕਹਿਣਾ ਚਾਹੋਗੇ? ਬੱਬਲ ਸਾਹਿਬ, ਇਹ ਤੇ ਅਸੀਂ ਹਰ ਐਪੀਸੋਡ ਦੇ ਵਿੱਚ ਦੱਸਦੇ ਹਾਂ ਕਿ ਜਿਹੜੀ ਸੋਸ਼ਲ ਰਿਸਪੌਂਸਿਬਿਲਟੀ ਹੈ ਨਾ ਜੀ, ਇਹ ਸੋਸ਼ਲ ਰਿਸਪੌਂਸਿਬਿਲਟੀ ਹਰ ਇੱਕ ਇਨਸਾਨ ਦੀ ਇੱਕ ਪ੍ਰਾਈਮ ਰਿਸਪੌਂਸਿਬਿਲਟੀ ਹੈ ਜੀ। ਸੋ ਜੇ ਤੁਸੀਂ ਜਾਣਦੇ ਹੋ ਕਿ ਤੁਹਾਡੀ ਕਿਸੇ ਵੀ ਐਕਸ਼ਨ ਦੇ ਨਾਲ ਸਮਾਜ ਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਜੀ, ਤੇ ਉੱਥੇ ਤੁਹਾਨੂੰ ਜਿਹੜੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਸੋ ਉਹ ਬਹੁਤ ਹੀ ਲਾਜ਼ਮੀ ਹੈ। ਹੁਣ ਜੇ ਐਡੀ ਭਿਆਨਕ ਬਿਮਾਰੀ ਹੈ ਤੇ ਤੁਹਾਨੂੰ ਪਤਾ ਵੀ ਹੈ ਕਿ ਤੁਹਾਡੇ ਜਦੋਂ ਤੁਸੀਂ ਬੋਲਦੇ ਹੋ ਕਿਤੇ ਵੀ ਇਹ ਜਰਮ ਸਪਰੈਡ ਹੁੰਦੇ ਆ, ਮਾਸਕ ਪਾਉਣਾ ਜ਼ਰੂਰੀ ਹੈ, ਹੱਥਾਂ ਦੀ ਸਫਾਈ ਕਰਨੀ ਜ਼ਰੂਰੀ ਹੈ। ਸੋ ਉਹ ਇੱਕ ਲਾਜ਼ਮੀ ਬਣ ਜਾਂਦਾ ਕਿ ਉਹ ਜਿਹੜਾ ਪ੍ਰੋਟੋਕੋਲ ਆ ਹਰ ਇੱਕ ਉਹਨੂੰ ਸੀਰੀਅਸਲੀ ਲਵੇ, ਸੀਰੀਅਸਲੀ ਫੋਲੋ ਕਰੇ। ਕਿਉਂਕਿ ਹੁਣ ਜਿਨ੍ਹਾਂ ਫੈਮਲੀਆਂ ਦੇ ਘਰਾਂ ਦੇ ਵਿੱਚ ਇਹ ਸੰਤਾਪ ਜਿਨ੍ਹਾਂ ਨੂੰ ਭੋਗਣਾ ਪਿਆ, ਉਹ ਤੇ ਇਹਨਾਂ ਦੀ ਸੀਰੀਅਸਨੈਸ ਨੂੰ ਜਾਣਦੇ ਨੇ ਜੀ। ਬਿਲਕੁਲ। ਪਰ ਕੁਝ ਲੋਕ ਕਹਿੰਦੇ ਉਹ ਤੇ ਪਤਾ ਨਹੀਂ ਕੀ ਐਵੇਂ ਬੋਲੀ ਜਾਂਦੇ, ਕੀ ਗੱਲ ਆ ਹਨਾ, ਸਾਨੂੰ ਤਾਂ ਕੋਈ ਫਰਕ ਨਹੀਂ ਪਿਆ, ਸਾਡੇ ਲਈ ਤਾਂ ਐਵਰੀਥਿੰਗ ਇਜ਼ ਨਾਰਮਲ ਹਨਾ ਜੀ। ਉਹ ਜਿਹੜਾ ਐਟੀਟਿਊਡ, ਉਹ ਸੈਲਫਿਸ਼ ਐਟੀਟਿਊਡ, ਉਹ ਚੰਗਾ ਨਹੀਂ ਸਮਾਜ ਵਾਸਤੇ। ਉਹਦੇ ਅਸੀਂ ਜੋ ਵੀ ਨਤੀਜੇ ਆ ਅਸੀਂ ਦੇਖ ਰਹੇ ਹਾਂ, ਭੋਗ ਰਹੇ ਹਾਂ। ਸੋ ਜਦੋਂ ਲਾਰਜ ਸਕੇਲ ਤੇ ਆਊਟ ਆਫ ਕੰਟਰੋਲ ਹੋ ਜਾਏ ਤੇ ਫਿਰ ਉਹਦਾ ਕੀ ਫਾਇਦਾ ਹਨਾ। ਬਿਲਕੁਲ ਜੀ। ਸੈਕੰਡ ਵੇਵ ਦੀ ਗੱਲ ਕਰ ਰਹੇ ਨੇ ਕਿ ਵਿੰਟਰ ਦੇ ਵਿੱਚ ਇਟ ਕੁਡ ਬੀ ਵਰਸ, ਤੇ ਉਹਦੇ ਚ ਦੇਖੋ ਪੂਰੀ ਇਕਨੋਮੀ ਵਾਸਤੇ, ਪੂਰੇ ਸਮਾਜ ਵਾਸਤੇ ਸਾਡਾ ਅੱਜ ਕੱਲ ਦਾ ਤਾਂ ਸਿਸਟਮ ਇੰਨਾ ਫਰੈਜਾਈਲ ਹੈ ਕਿ ਟੋਟਲ ਸਾਰਾ ਸਿਸਟਮ ਹੀ ਬ੍ਰੇਕ ਡਾਊਨ ਹੋ ਸਕਦਾ ਕਿਸੇ ਵੀ ਕੰਟਰੀ ਦਾ ਕਿਸੇ ਵੀ ਟਾਈਮ। ਸੋ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਕਿ ਜਿੰਨੀ ਵੀ ਅਸੀਂ ਪ੍ਰੀਕਾਸ਼ਨ ਵਰਤ ਸਕਦੇ ਹਾਂ ਉਹ ਜ਼ਰੂਰ ਵਰਤਣੀ ਚਾਹੀਦੀ ਹੈ। ਬਿਲਕੁਲ ਜੀ। ਇਸ ਵਕਤ ਤਾਂ ਜੋ ਅਸੀਂ ਬਾਹਰ ਮਾਹੌਲ ਦੇਖ ਰਹੇ ਹਾਂ ਉਹ ਜ਼ਿਆਦਾ ਕੋਈ ਸ਼ੁਭ ਸੰਕੇਤ ਨਹੀਂ ਦੇ ਰਿਹਾ ਆਉਣ ਵਾਲੇ ਦਿਨਾਂ ਦੇ ਲਈ, ਪਰ ਅਸੀਂ ਉਮੀਦ ਕਰਦੇ ਹਾਂ, ਪ੍ਰੇ ਕਰਦੇ ਹਾਂ ਕਿ ਚਲੋ ਡੇ ਬਾਈ ਡੇ ਜੋ ਹਰ ਚੀਜ਼ ਜੋ ਹੈ ਉਹ ਨੋਰਮਲ ਹੋ ਜੇ। ਅਟਵਾਲ ਜੀ, ਇਸ ਦੇ ਨਾਲ ਹੀ ਜੁੜਦੀ ਗੱਲ ਹੈ, ਜੇ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਜਾਂ ਹੋਰ ਰਿਲੀਜੀਅਸ ਪਲੇਸਿਸ ਦੀ ਗੱਲ ਕਰੀਏ ਤਾਂ ਲੋਕੀ ਬਹੁਤ ਦੇਰ ਤੋਂ ਘਰਾਂ ਦੇ ਵਿੱਚ ਬੰਦ ਹੋ ਕੇ ਬੈਠੇ ਸੀਗੇ। ਹਰੇਕ ਫੈਮਿਲੀ ਦਾ ਦਿਲ ਕਰਦਾ ਕਿ ਅਸੀਂ ਆਪਣੇ ਰਿਲੀਜੀਅਸ ਪਲੇਸ ਤੇ ਜਾਈਏ, ਨਤਮਸਤਕ ਹੋ ਕੇ ਆਈਏ। ਤੇ ਤੁਹਾਨੂੰ ਕੀ ਦੇਖਣ ਨੂੰ ਮਿਲਿਆ ਆਸ-ਪਾਸ ਗੁਰਦੁਆਰਾ ਸਾਹਿਬ ਦੇ ਵਿੱਚ? ਕੀ ਪੂਰੇ ਸੇਫਟੀ ਮੇਜਰਸ ਲਏ ਜਾ ਰਹੇ ਹਨ ਜਾਂ ਫਿਰ ਇੰਪਰੂਵਮੈਂਟ ਦਾ ਕੋਈ ਰੂਮ ਹੈ? ਜਿਹੜੀ ਮੇਰੀ ਆਪਣੀ ਅਸੈਸਮੈਂਟ ਹੈ ਨਾ, ਕਈ ਵਾਰੀ ਤੁਸੀਂ ਜਿੰਨੀ ਮਰਜ਼ੀ ਪ੍ਰੀਕਾਸ਼ਨ ਲੈ ਲਓ ਕਿ ਤੁਹਾਨੂੰ ਫਿਰ ਵੀ ਜਿਹੜਾ ਪਰਮਾਤਮਾ ਦਾ ਭਰੋਸਾ ਹੈ, ਤੁਹਾਡੀ ਅਰਦਾਸ ਹੈ, ਉਹਦੇ 'ਚ ਵਿਸ਼ਵਾਸ ਰੱਖਣਾ ਪੈਂਦਾ ਜੀ। ਬਿਲਕੁਲ। ਸੋ ਗੁਰੂ ਘਰਾਂ ਦਾ ਹੁਣ ਇਹ ਕਿ ਜ਼ਰੂਰੀ ਹੈ ਕਿ ਸਾਰੇ ਜਿਹੜੇ ਰੈਗੂਲਰ ਜਾਂਦੇ ਨੇ, ਖਾਸ ਕਰਕੇ ਸਾਡੇ ਜਿਹੜੀ ਬਜ਼ੁਰਗ ਗਰੁੱਪ ਹੈ ਪਾਪੂਲੇਸ਼ਨ ਦਾ, ਉਹ ਤੇ ਰੈਗੂਲਰ ਉਹਨਾਂ ਦਾ ਤਾਂ ਇਹੋ ਰੂਟੀਨ ਹੀ ਹੈ ਵੀ ਜ਼ਰੂਰ ਜਾਣਾ, 2 ਟਾਈਮ ਗੁਰਦੁਆਰਾ ਸਾਹਿਬ ਜਾਣਾ। ਉਹਨਾਂ ਲਈ ਤੇ ਇੱਕ ਤਰ੍ਹਾਂ ਦਾ ਇਹੋ ਲਾਈਫ ਜਿਸ ਤਰ੍ਹਾਂ ਰੋਕੀ ਗਈ ਹੈ ਨਾ। ਜੀ। ਫਿਰ ਉੱਥੇ ਹੁਣ ਜਿਹੜੀ ਪ੍ਰੀਕਾਸ਼ਨਸ ਹੈ, ਗਾਈਡਲਾਈਨਸ ਹੈ, ਹੈਲਥ ਐਂਡ ਸੇਫਟੀ ਦੀਆਂ ਇੰਨੀਆਂ ਜ਼ਿਆਦਾ ਰਿਕੁਆਇਰਮੈਂਟਸ ਨੇ ਜੀ, ਤੇ ਉਹ ਵੈਸੇ ਹਰ ਇੱਕ ਇਨਸਾਨ ਦਾ ਆਪਣਾ ਹੀ ਫਰਜ਼ ਬਣਦਾ ਹੈ ਕਿ ਉਹਨੂੰ ਨਾ ਸਮਝ ਕੇ ਆਪਣੇ ਤਰੀਕੇ ਦੇ ਨਾਲ ਉਹਨੂੰ ਫੋਲੋ ਕੀਤਾ ਜਾਵੇ।
ਜੀ ਬਿਲਕੁਲ। ਬਾਕੀ ਗੁਰੂ ਘਰਾਂ ਦੇ ਵਿੱਚ ਤੇ ਦੇਖੋ ਸਾਡੇ ਹੁਣ ਲੋਕਲ ਗੁਰੂ ਘਰ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਸ਼ੁਰੂ ਤੋਂ ਜਦੋਂ ਦੀ ਪ੍ਰੋਬਲਮ ਸ਼ੁਰੂ ਹੋਈ ਹੈ, ਗੁਰਦੁਆਰੇ ਬੰਦ ਵੀ ਹੋਈ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੰਗਰ ਪੈਕ ਹੋ ਕੇ ਬਾਹਰ ਜਾ ਰਿਹਾ ਜੀ। ਸੋ ਲੰਗਰ ਸੇਵਾ ਦੇ ਵਿੱਚ ਸਾਰੇ ਆਪਣੇ ਸ਼ਾਮਲ ਹੁੰਦੇ ਨੇ ਜੋ ਵੀ ਹੈ, ਪਰ ਕਿਤੇ ਨਾ ਕਿਤੇ ਮੈਂ ਦੇਖਦਾ ਕਿ ਉਹ ਥੋੜੀ ਜਿਹੀ ਤੁਸੀਂ ਜਿੰਨੀ ਮਰਜ਼ੀ ਪ੍ਰੀਕਾਸ਼ਨ ਲੈ ਲਓ, ਫੇਰ ਵੀ ਇਹਦੇ 'ਚ ਥੋੜਾ ਜਿਹਾ ਐਲੀਮੈਂਟ ਤੁਹਾਡਾ ਆ ਹੀ ਜਾਂਦਾ। ਤੁਹਾਡੇ ਘਰਾਂ ਦੇ ਵਿੱਚ ਵੀ ਦੇਖ ਲਓ, ਭਾਵੇਂ ਤੁਸੀਂ ਆਈਸੋਲੇਸ਼ਨ 'ਚ ਕੁਝ ਵੀ ਹੈ, ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਪ੍ਰਮਾਤਮਾ ਤੇ ਸਭ ਕੁਝ ਕਰਨ ਤੋਂ ਬਾਅਦ ਵੀ ਨਾ ਪ੍ਰਮਾਤਮਾ ਤੇ ਭਰੋਸਾ ਤੇ ਪ੍ਰਮਾਤਮਾ ਤੇ ਅਰਦਾਸ ਹੈ ਨਾ ਜਿਹੜੀ, ਉਹ ਹੁਣ ਹੋ ਸਕਦਾ ਬਹੁਤੇ ਨਾ ਮੰਨਣ, ਪਰ ਉਹ ਤੋਂ ਵੱਡਾ ਤੁਹਾਨੂੰ ਰਿਲੀਫ ਕੋਈ ਨਹੀਂ। ਕਿਉਂਕਿ ਜੇ ਤੁਸੀਂ ਇਕੱਲਾ ਇਹੋ ਹੀ ਸੋਚੋ ਕਿ ਮੈਂ ਸਿਰਫ ਪ੍ਰੀਵੈਂਸ਼ਨ ਦੇ ਸਿਰ ਦੇ ਉੱਤੇ ਹੀ ਸਾਰਾ ਕੁਝ ਅਸੀਂ ਠੀਕ ਕਰ ਲੈਣਾ ਨਾ, ਉਹ ਮੁਸ਼ਕਲ ਹੈ। ਕੋਸ਼ਿਸ਼ ਉਹਦੇ ਨਹੀਂ, ਮੈਂ ਨਹੀਂ ਕਹਿੰਦਾ ਵੀ ਕੋਸ਼ਿਸ਼ ਤਾਂ ਉੱਤੇ ਪੂਰੀ ਕਰਨੀ ਚਾਹੀਦੀ ਗੁਰੂ ਘਰਾਂ ਦੇ ਵਿੱਚ, ਇੱਥੇ ਤੱਕ ਵੀ ਕਿ ਪਲਾਸਟਿਕ ਸ਼ੀਟਾਂ ਵਿਛਾ ਕੇ ਸੈਨੀਟਾਈਜ਼ਰ ਬਹੁਤ ਕੁਝ ਕੀਤਾ ਜਾ ਰਿਹਾ। ਤੇ ਜਦੋਂ ਤੁਸੀਂ ਨਤਮਸਤਕ ਵੀ ਹੋਣਾ, ਉੱਥੇ ਵੀ ਕਹਿ ਰਹੇ ਕਿ ਕਈ ਤੇ ਚਲੋ ਤੁਸੀਂ ਖੜੇ ਹੋ ਕੇ ਅਰਦਾਸ ਕਰ ਲਓ, ਕੁਝ ਕਰ ਲਓ, ਹਨਾ। ਪਰ ਉਹਦੇ 'ਚ ਜੇ ਮੈਂ ਇਹ ਕਹਿ ਰਿਹਾ ਵੀ ਜਿੰਨੀ ਵੀ ਪ੍ਰੀਕਾਸ਼ਨ ਇਹਦੇ 'ਚ ਤੁਸੀਂ ਲੈ ਸਕਦੇ ਹੋ ਘੱਟ ਹੀ ਘੱਟ ਹੈ, ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਬਿਮਾਰੀ ਇਸ ਤਰ੍ਹਾਂ ਦੀ, ਜਰਮਸ ਇਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਇਸ ਹਾਲਾਤ ਦੇ ਵਿੱਚ ਕਿੱਥੋਂ ਤੇ ਕਦੋਂ ਇਹ ਇਨਫੈਕਟ ਕਰ ਜਾਏ। ਜੀ ਬਿਲਕੁਲ। ਸੋ ਚਲੋ ਥੋੜਾ ਜਿਹਾ ਪ੍ਰੋਗਰੈਸ ਹੋਈ ਹੈ, ਫਿਰ ਦੁਬਾਰਾ ਲੋਕਡਾਊਨ ਵੀ ਹੋ ਗਏ ਨੇ, ਜਿਸ ਤਰ੍ਹਾਂ ਲੈਸਟਰ ਦੇ ਵਿੱਚ ਗੁਰਦੁਆਰਾ ਘਰ ਦੁਬਾਰਾ ਲੋਕ ਹੋਏ ਨੇ, ਬੰਦ ਹੋਏ ਨੇ। ਸੋ ਉਹ ਤੋਂ ਬਾਅਦ ਪੇਪਰਾਂ 'ਚ ਨਿਊਜ਼, ਹੁਣ ਅਮਰੀਕਾ 'ਚ ਦੇਖੋ ਹਾਈਐਸਟ ਇਨਫੈਕਸ਼ਨ ਰੇਟਸ ਹੈ, ਉਹ ਕਹਿ ਰਹੇ ਨੇ ਕਿ ਜੀ ਬਿਕੋਜ਼ ਆਫ ਟੈਸਟਿੰਗ ਇਹ ਜ਼ਿਆਦਾ ਹਾਈਲਾਈਟ ਹੋ ਰਹੇ ਨੇ, ਸੀਗੇ ਪਹਿਲਾਂ ਵੀ ਇੰਨੇ ਹੀ। ਸੋ ਇਹ ਹੁਣ ਇਸ ਵੇਲੇ ਬੜਾ ਦੁਬਿਧਾ ਜਿਹੀ 'ਚ ਹੈ, ਪੂਰਾ ਸੰਸਾਰ ਹੀ ਦੁਬਿਧਾ ਦੇ ਵਿੱਚ ਹੈ। ਤੇ ਸੈਕੰਡ ਵੇਵ ਦੇ ਨਾਲ ਤੇ ਮੈਨੂੰ ਲੱਗਦਾ ਕਿ ਫਸਟ ਵੇਵ ਨੇ ਸਾਰੀ ਦੁਨੀਆ ਨੂੰ ਹਿਲਾ ਦਿੱਤਾ, ਜੇ ਸੈਕੰਡ ਆ ਗਈ ਤੇ ਬੜਾ ਕਾਫੀ ਡੈਮੇਜ ਹੋ ਸਕਦਾ ਬਹੁਤ ਤਰੀਕਿਆਂ ਦੇ ਨਾਲ। ਸੋ ਅੰਤ ਵੇਲੇ ਤਾਂ ਇਹੋ ਹੀ ਹੈ ਕਿ ਪ੍ਰਮਾਤਮਾ ਅੱਗੇ ਸਾਡੀ ਜਿਹੜੀ ਅਰਦਾਸ ਹੈ ਨਾ, ਉਹ ਇਹਨਾਂ ਦੇ ਨਾਲ ਹੀ ਚੱਲਣੀ ਚਾਹੀਦੀ ਹੈ। ਬਿਲਕੁਲ ਜੀ, ਜਿੰਨੀ ਵੀ ਸਾਡੀ ਪ੍ਰੀਵੈਂਸ਼ਨ, ਜਿੰਨੀ ਪ੍ਰੀਕਾਸ਼ਨ ਹੈ, ਉਹ ਤੇ ਜ਼ਰੂਰੀ ਬਣਦੀ ਹੈ। ਉਹ ਨਹੀਂ ਮੈਂ ਕਹਿੰਦਾ ਵੀ ਅਸੀਂ ਸਾਨੂੰ ਉਹਨਾਂ ਤੇ, ਉਹ ਚੀਜ਼ਾਂ ਬਹੁਤ ਜ਼ਰੂਰੀ ਨੇ, ਤੇ ਨਾਲ ਪ੍ਰਮਾਤਮਾ ਦੇ ਅੱਗੇ ਅਰਦਾਸ ਤੇ ਆਪਣਾ ਕੁਛ ਸਾਡੇ ਮਨ 'ਚ ਪਛਤਾਵਾ ਹੋਣਾ ਚਾਹੀਦਾ ਕਿ ਜਿਹੜਾ ਸਮਾਜ ਇਹੋ ਇੰਨਾ ਗਲਤ ਪਾਸੇ ਚਲਾ ਗਿਆ ਕਿ ਅੱਜ ਇਸ ਬਿਮਾਰੀ ਦੀ ਨੌਬਤ ਆ ਗਈ ਹੈ। ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਬੇਇਲਾਜ, ਜਿਨ੍ਹਾਂ ਦਾ ਕੋਈ ਇਲਾਜ ਨਹੀਂ, ਕਿੰਨਾ ਖਤਰਨਾਕ ਸਾਈਕੋਲੋਜੀਕਲੀ ਤੁਹਾਨੂੰ ਕਿਸ ਤਰ੍ਹਾਂ ਅਫੈਕਟ ਕਰਦੀਆਂ ਨੇ, ਤੁਹਾਡੇ ਪਰਿਵਾਰ ਨੂੰ, ਸਾਰੇ ਰਿਸ਼ਤਿਆਂ ਨੂੰ ਹੀ ਨਹੀਂ, ਸਾਰੇ ਰਿਸ਼ਤਿਆਂ ਨੂੰ ਫਿੱਕੇ ਪਾ ਕੇ ਰੱਖ ਦਿੱਤੇ। ਬਿਲਕੁਲ ਜੀ ਬਿਲਕੁਲ, ਮੈਂ ਐਗਰੀ ਕਰਦਾ ਜੀ ਇਸ ਗੱਲ ਨਾਲ ਕਿ ਉੱਥੇ ਸਾਨੂੰ ਸ਼ਰਧਾ ਤਾਂ ਰੱਖਣੀ ਹੀ ਚਾਹੀਦੀ ਹੈ, ਪਰ ਨਾਲ ਦੀ ਨਾਲ ਪ੍ਰੀਕਾਸ਼ਨ ਬਹੁਤ ਜ਼ਰੂਰੀ ਹੈ। ਮੈਂ ਕੱਲ ਇੱਕ ਚੀਜ਼ ਸੋਚਦਾ ਸੀ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿਸੇ ਵੀ ਰਿਲੀਜੀਅਸ ਪਲੇਸ ਦੇ ਵਿੱਚ ਜਿਹੜੀ ਐਂਟਰੀ ਤੇ ਐਗਜ਼ਿਟ ਹੈ, ਜੇਕਰ ਉਹ ਸਟ੍ਰੇਟ ਲਾਈਨ ਦੀ ਬਜਾਏ ਇੱਕ ਸਰਕਲ ਦਾ ਰੂਪ ਲੈ ਲੇ, ਕਲੋਕਵਾਈਜ਼ ਜਾਂ ਐਂਟੀ ਕਲੋਕਵਾਈਜ਼, ਇੱਕ ਪਾਸੋਂ ਜਿਸ ਤਰ੍ਹਾਂ ਲੋਕੀ ਘੁੰਮ ਕੇ ਜਾਣ ਤੇ ਦੂਜੇ ਪਾਸੋਂ ਘੁੰਮ ਕੇ ਐਗਜ਼ਿਟ ਲੈ ਲੈਣ, ਤਾਂ ਉਹਦੇ ਨਾਲ ਕੀ ਹੈ ਕਿ ਮੈਕਸਿਮਮ ਜੋ ਡਿਸਟੈਂਸ ਹੈਗਾ ਆ ਉਹ ਵੀ ਮੇਨਟੇਨ ਕੀਤਾ ਜਾ ਸਕਦਾ ਜੀ, ਹਨਾ। ਇੱਕ ਪੁਆਇੰਟ ਤੁਸੀਂ ਬੜਾ ਵਧੀਆ ਕਿਹਾ ਕਿ ਉੱਥੇ ਖੜ ਕੇ ਅਰਦਾਸ ਕਰ ਲਈਏ, ਥੱਲੇ ਹੱਥ ਨਾ ਲਾਈਏ, ਥੱਲੇ ਆਪਣਾ ਮੱਥਾ ਨਾ ਲਾਈਏ, ਹਨਾ ਜੀ, ਫॉर ਟਾਈਮ ਬੀਇੰਗ, ਜਦੋਂ ਤੱਕ ਇਹ ਠੀਕ ਨਹੀਂ ਹੁੰਦਾ। ਬਾਕੀ ਤਾਂ ਚੀਜ਼ਾਂ ਉਮੀਦ ਹੈ ਕਿ ਜਲਦੀ ਠੀਕ ਹੋ ਜਾਣਗੀਆਂ। ਤੇ ਪਿਛਲੇ ਐਪੀਸੋਡ ਦੇ ਵਿੱਚ ਜੇ ਅਸੀਂ ਗੱਲ ਕਰੀਏ ਜੀ, ਤੁਸੀਂ ਇੱਕ ਅੰਕੜਾ ਦੱਸਿਆ ਸੀਗਾ ਕਿ 6000 ਦੇ ਕਰੀਬ ਜੋ ਮਰੀਜ਼ ਹਨ, ਲੋਕ ਹਨ, ਡਰੱਗ ਅਡਿਕਟ ਸੀਗੇ, ਉਹ ਤੁਹਾਡੇ 2 ਸੈਂਟਰਾਂ ਦੇ ਵਿੱਚੋਂ ਜੋ ਹੈ ਪਿਛਲੇ ਸਾਲਾਂ ਦੇ ਵਿੱਚ ਜੋ ਠੀਕ ਹੋ ਕੇ ਨਾਰਮਲ ਲਾਈਫ ਵਿੱਚ ਪਰਤ ਚੁੱਕੇ, ਵਾਪਸੀ ਕਰ ਚੁੱਕੇ ਹਨ। ਤੇ ਅਸੀਂ ਇਹ ਵੀ ਗੱਲ ਪਿਛਲੇ ਐਪੀਸੋਡ 'ਚ ਕੀਤੀ ਸੀ ਕਿ 2 ਤਰ੍ਹਾਂ ਦੀ ਬਹਿਸ ਹੁੰਦੀ ਹੈ, ਕਿ ਇੱਕ ਤਾਂ ਇਹ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਇੰਨਾ ਨਸ਼ਾ ਨਹੀਂ ਹੈ, ਮਤਲਬ ਕਿ ਉਹਨੂੰ ਡੀਫੇਮ ਜ਼ਿਆਦਾ ਕੀਤਾ ਜਾ ਰਿਹਾ, ਪਰ ਇੱਕ ਪਾਸੇ ਇਹ ਗੱਲ ਹੁੰਦੀ ਹੈ, ਧਿਰ ਹੁੰਦੀ ਹੈ ਕਿ ਨਹੀਂ, ਪੰਜਾਬ ਦੇ ਵਿੱਚ ਤੁਸੀਂ ਅੱਖਾਂ ਖੋਲ ਕੇ ਦੇਖੋ, ਆંકੜਿਆਂ ਨੂੰ ਦੇਖੋ, ਤਾਂ ਤੁਹਾਨੂੰ ਹਰ ਜਗ੍ਹਾ ਤੁਹਾਨੂੰ ਪਤਾ ਚੱਲ ਜਾਏਗਾ ਕਿ ਪੰਜਾਬ ਜਾਂ ਆਸੇ-ਪਾਸੇ ਦੇ ਜਿਹੜੇ ਉੱਥੇ ਸਟੇਟ ਪ੍ਰੋਵਿੰਸ ਹੈਗੇ ਨੇ, ਉਹਨਾਂ ਦੇ ਵਿੱਚ ਨਸ਼ਾ ਹੈ, ਤੇ ਜਿਹਨੂੰ ਕਿ ਸਾਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਸੋ ਤੁਹਾਡੇ ਜਿਹੜੇ ਉਹ ਅੰਕੜੇ ਸੀਗੇ 6000 2 ਸੈਂਟਰ ਦੇ, ਅਸੀਂ ਸੋਚਦੇ ਹਾਂ ਕਿ ਜੇਕਰ ਅਸੀਂ ਉਹ ਬਾਕੀ ਦੇ ਸੈਂਟਰਾਂ ਤੋਂ ਵੀ ਅੰਕੜੇ ਇਕੱਠੇ ਕਰੀਏ ਤਾਂ ਵੱਡੀ ਫਿਗਰ ਹੋ ਜਾਏਗੀ। ਹਾਂਜੀ, ਉਹ ਅੰਕੜੇ ਇਸ ਤਰ੍ਹਾਂ ਸੇ, ਉਹ ਡਾਕਟਰ ਸਾਹਿਬ, ਡਾਕਟਰ ਵੀਰ ਜੀ ਜਿਹੜੇ ਸਾਰਾ ਆਪ MBBS MD ਨੇ, ਉਹ ਸੁਪਰਵਾਈਜ਼ ਕਰਦੇ ਨੇ ਡਰੱਗ ਡੀ ਐਡਿਕਸ਼ਨ ਸੈਂਟਰ, ਉਹ ਕਹਿ ਰਹੇ ਸੀ ਕਿ 16 ਸਾਲ ਤੋਂ ਚੱਲ ਰਹੇ ਨੇ ਇਹੋ ਡਰੱਗ ਡੀ ਐਡਿਕਸ਼ਨ ਸੈਂਟਰਸ, ਇੱਕ ਚੀਮਾ ਸਾਹਿਬ, ਇੱਕ ਬੜੂ ਸਾਹਿਬ ਜੀ। 16 ਸਾਲ ਦੇ ਵਿੱਚ ਉਹ ਸੀਗੇ ਵੀ ਅਸੀਂ 8000 ਹੀ ਜਿਹੜੇ ਕੇਸ ਹੈ ਉਹ ਪ੍ਰੋਪਰਲੀ ਕਿਉਰ ਕਰ ਸਕੇ ਹਾਂ, ਟ੍ਰੀਟ ਕਰ ਸਕੇ ਹਾਂ, ਤੇ ਉਹ ਮੁੜ ਕੇ ਨਾਰਮਲ ਲਾਈਫ ਉਹਨਾਂ ਦੀ ਹੋਈ ਹੈ ਜੀ। ਅੱਛਾ, ਮਤਲਬ ਉਹ ਇਹ ਦੱਸ ਰਹੇ ਸੀ ਕਿ 16 ਸਾਲ ਦੇ ਵਿੱਚ ਸਿਰਫ 8000 ਕੇਸ ਹੀ ਅਸੀਂ ਠੀਕ ਕਰ ਸਕੇ ਹਾਂ।
ਕਿਉਂਕਿ ਮੈਜੋਰਿਟੀ ਹੈ ਕਿ ਉਹ ਵਿੱਚੋਂ ਛੱਡ ਵੀ ਜਾਂਦੇ ਨੇ, ਕੁਝ ਵੀ ਹੈ, ਤੇ ਜ਼ਿਆਦਾ ਮੈਜੋਰਿਟੀ ਜਿਹੜੇ ਆਉਂਦੇ ਹੀ ਨਹੀਂ, ਡਰੱਗ ਡੀ-ਐਡਿਕਸ਼ਨ ਸੈਂਟਰ ਤੱਕ ਪਹੁੰਚਦੇ ਹੀ ਨਹੀਂ। ਜੀ ਜੀ ਜੀ। ਸੋ ਇੱਕ ਇਹ ਬਹੁਤ ਹੀ ਵੱਡਾ ਇੱਕ ਐਫਰਟ ਹੈ ਇਸ, ਮੈਂ ਤੇ ਇਹਨੂੰ ਕਹਾਂਗਾ ਕਿ ਇੱਕ ਵੇਸਟ ਆਫ ਰਿਸੋਰਸ ਹੈ, ਜਿਹੜਾ ਕਿ ਜਦ ਕਿ ਸਾਡੇ ਕੋਲ ਕੋਈ ਚਾਰਾ ਹੋਰ ਰਹਿ ਹੀ ਨਾ ਜਾਏ ਤਾਂ ਫਿਰ ਉਹ ਕਰਨਾ ਪੈਂਦਾ ਹੈ ਨਾ। ਬਿਲਕੁਲ ਜੀ ਬਿਲਕੁਲ। ਸੋ ਡਾਕਟਰ ਸਾਹਿਬ ਦਾ ਉਹਨਾਂ ਦਾ ਮੇਨ ਕੀ ਮੈਸੇਜ ਇਹੋ ਹੀ ਸੀ ਕਿ ਉਹਨੇ ਡਰੱਗ ਡੀ ਐਡਿਕਸ਼ਨ ਤੇ ਇੱਕ ਵਰਲਡ ਰਿਕਾਰਡ ਵੀ ਬਣਾਇਆ ਕਿ ਵੈਬੀਨਾਰ ਦੇ ਵਿੱਚ 80,000 ਤੋਂ ਜ਼ਿਆਦਾ ਜੀ ਪਾਰਟਿਸਿਪੇਸ਼ਨ ਹੋਇਆ। ਉਹ ਵੈਬੀਨਾਰ ਦੇ ਵਿੱਚ ਉਹਨੇ ਇਹੋ ਹੀ ਦੱਸਿਆ ਸੀ ਕਿ ਜੇ ਅਸੀਂ ਸਾਡਾ ਜੇ ਪ੍ਰਾਇਮਰੀ ਐਜੂਕੇਸ਼ਨ ਨੂੰ ਅਸੀਂ ਠੀਕ ਕਰ ਲਈਏ ਜੀ, ਤੇ ਉਹ ਇਸ ਤਰ੍ਹਾਂ ਹੋ ਜਾਏਗਾ ਕਿ ਉਹ ਡਰੱਗ ਵਾਲੇ ਪਾਸੇ ਬੱਚੇ ਨਾ ਹੀ ਜਾਣ ਹੀ ਨਾ। ਜੀ ਬਿਲਕੁਲ, ਕਿਉਂਕਿ ਇੱਕ ਵਾਰੀ ਜਿਹੜਾ ਇਸ ਪਾਸੇ ਚਲਾ ਗਿਆ ਉਹਨੂੰ ਮੋੜ ਕੇ ਲਿਆਉਣਾ ਤੇ ਤੁਹਾਡੀ ਇੰਨੀ ਜ਼ਿਆਦਾ ਉਹਦੇ 'ਚ એનર્ਜੀ ਵੇਸਟ ਹੁੰਦੀ ਹੈ, ਰਿਸੋਰਸ ਵੇਸਟ ਹੁੰਦਾ ਹੈ, ਤੇ ਸਮਾਜ ਦੇ ਉੱਤੇ ਜਿਹੜਾ ਡੈਮੇਜ ਤੁਹਾਨੂੰ ਦਿਸਦਾ ਨਹੀਂ, ਜੋ ਉਹ ਡੈਮੇਜ ਹੋ ਰਿਹਾ, ਸਾਈਕੋਲੋਜੀਕਲ ਡੈਮੇਜ ਹੋ ਰਿਹਾ, ਫੈਮਿਲੀ ਰਿਲੇਸ਼ਨਸ ਦੇ ਉੱਤੇ, ਤੇ ਹੋਰ ਤੁਹਾਡੇ ਮਤਲਬ ਤੁਸੀਂ ਅੱਜ ਦੇ ਕਲਿੱਪ ਦੇ ਵਿੱਚ ਵੀ ਅਸੀਂ ਦਿਖਾਵਾਂਗੇ, ਤੇ ਉਹ ਜਿਹੜੇ ਉੱਥੇ ਟ੍ਰੀਟਮੈਂਟ ਕਰਵਾ ਰਹੇ ਨੇ ਉਹ ਦੱਸ ਰਹੇ ਨੇ ਕਿ ਮੈਂ ਆਪਣਾ ਸਭ ਕੁਝ ਵੇਚਤਾ, ਕਾਰੋਬਾਰ, ਜਾਇਦਾਦ ਸਭ ਕੁਝ ਵੇਚ ਕੇ 1 ਕਰੋੜ 35 ਲੱਖ ਦਾ ਨਸ਼ਾ ਕਰਕੇ ਜੀ, ਫਿਰ ਉਹ ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ। ਇਸ ਕਲਿੱਪ 'ਚ ਤੁਸੀਂ ਦੇਖੋਗੇ ਤੇ ਉਹ ਤੁਸੀਂ 1 ਕਰੋੜ 35 ਲੱਖ ਦਾ ਨਸ਼ਾ ਪੀ ਕੇ ਫਿਰ ਤੁਹਾਨੂੰ ਜੇ ਇਹ ਸਮਝ ਆਉਂਦੀ ਹੈ ਤੇ ਉਹ ਤਾਂ ਗੱਲ ਤੇ ਐਜੂਕੇਸ਼ਨ ਦੀ ਹੈ ਨਾ। ਜੀ ਬਿਲਕੁਲ ਬਿਲਕੁਲ। ਸੋ ਸਾਰਿਆਂ ਤੋਂ ਵੱਡਾ ਰੋਲ ਹੈਗਾ ਜੀ ਪ੍ਰਾਇਮਰੀ ਐਜੂਕੇਸ਼ਨ ਦਾ। ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਤੁਹਾਡੀ ਸਾਰੀ એનર્ਜੀ, ਤੁਹਾਡਾ ਫੋਕਸ, ਤੁਹਾਡੀ ਥਿੰਕਿੰਗ ਜੇ ਉਹ ਗੁਰਮਤ ਦੇ ਹਿਸਾਬ ਨਾਲ ਮੋਲਡ ਹੋ ਜਾਂਦੀ ਹੈ, ਚੇਂਜ ਹੋ ਜਾਂਦੀ ਹੈ, ਤੁਸੀਂ ਸਹੀ ਰਾਹ ਤੇ ਚੱਲ ਪੈਂਦੇ ਹੋ, ਤਾਂ ਸਮਝ ਲਓ ਕਿ 99% ਤੁਹਾਡਾ ਜਿਹੜਾ ਆਬਜੈਕਟਿਵ ਹੈ ਨਾ ਉਹ ਫੁੱਲਫਿਲ ਹੋ ਗਿਆ। ਜੀ ਬਿਲਕੁਲ। ਡਰੱਗ ਡੀ ਐਡਿਕਸ਼ਨ ਤੇ ਬਹੁਤ ਵੱਡੀ ਤੁਸੀਂ ਕਹਿਣਾ ਕਿ ਜੀ ਨਹੀਂ ਇਹ ਪੰਜਾਬ ਬਾਰੇ ਅਸੀਂ ਵਧਾ ਚੜਾ ਕੇ ਗੱਲ ਕਰ ਰਹੇ ਹਾਂ, ਉਹ ਤਾਂ ਬਿਲਕੁਲ ਗਲਤ ਹੈ। ਕਿ ਹੁਣ ਤਾਂ ਸਾਨੂੰ ਬਹੁਤੀ ਦੂਰ ਤੇ ਜਾਣ ਦੀ ਲੋੜ ਹੀ ਨਹੀਂ, ਆਪਣੇ ਰਿਸ਼ਤੇਦਾਰਾਂ 'ਚ ਨਜ਼ਰ ਮਾਰ ਕੇ ਦੇਖ ਲਓ ਕਿ ਕੀ ਹਾਲ ਹੈ। ਜੀ 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 ਜੀ। ਸੋ ਜੋ ਪੰਜਾਬ ਦੇ ਅੰਕੜੇ ਨੇ ਉਹ ਬਹੁਤ ਹੀ ਦੁਖਦਾਈ ਅੰਕੜੇ ਨੇ। 10 ਤੋਂ 16 ਸਾਲ ਦੀ ਉਮਰ ਦੇ ਬੱਚੇ, ਜੀ 10 ਸਾਲ ਦੀ ਉਮਰ ਤੇ ਪ੍ਰਾਇਮਰੀ ਸਕੂਲ ਦੀ ਉਮਰ ਹੈ, 10 ਤੋਂ 16 ਸਾਲ ਦੇ ਬੱਚੇ, ਸਕੂਲ ਏਜ ਦੇ ਬੱਚੇ, ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਐਲਕੋਹਲ, ਸ਼ਰਾਬ ਦੀ ਕੰਜ਼ੰਪਸ਼ਨ ਹੈ ਪੂਰੇ ਇੰਡੀਆ ਦੇ ਵਿੱਚ ਪੰਜਾਬ ਨੰਬਰ 1 ਹੈ ਸਟੇਟ ਜੀ। ਤੇ ਹੁਣ ਹੀ ਜਦੋਂ ਅੰਕੜੇ ਹੀ ਨਹੀਂ, ਹੋਰ ਅੰਕੜੇ ਆਏ ਸੀਗੇ ਕਿ ਜਦੋਂ ਲੋਕਡਾਊਨ ਤੋਂ ਬਾਅਦ ਸ਼ਰਾਬਾਂ ਦੇ ਠੇਕੇ ਖੋਲੇ ਨੇ ਜੀ, ਦੱਸਦੇ ਨੇ ਕਿ 2 ਕਰੋੜ ਦੀ ਪਾਪੂਲੇਸ਼ਨ ਹੈ ਪੰਜਾਬ ਦੇ ਵਿੱਚ ਸਿੱਖਾਂ ਦੀ ਜੀ, ਤੇ 1 ਮਹੀਨੇ ਦੇ ਵਿੱਚ 700 ਕਰੋੜ ਦੀ ਸ਼ਰਾਬ ਵਿਕੀ ਹੈ ਜੀ। ਸੋ ਸਰਕਾਰਾਂ ਤੋਂ ਤਾਂ ਦੇਖੋ ਮੈਂ ਕਹਿੰਦਾ ਇਖਲਾਕੀ ਤੌਰ ਤੇ ਬਿਲਕੁਲ ਪੱਠਾ ਹੀ ਬੈਠਾ ਹੋਇਆ ਹੈ ਕਿ ਜਦ ਕਿ ਸਾਨੂੰ ਪੂਰਾ ਇਸ ਚੀਜ਼ ਤੇ ਜ਼ੋਰ ਪਾਉਣਾ ਚਾਹੀਦਾ ਕਿ ਪੰਜਾਬ ਤਾਂ ਡੈਫੀਨਿਟਲੀ, ਪਰ ਪੂਰੇ ਇੰਡੀਆ ਦੇ ਵਿੱਚ, ਹਰ ਕੰਟਰੀ ਦੇ ਵਿੱਚ ਇਹਨਾਂ ਨਸ਼ਿਆਂ ਦੇ ਉੱਤੇ ਜਿੰਨਾ ਵੀ ਕੰਟਰੋਲ ਹੋ ਜਾਏ ਘਾਟਾ। ਬਿਲਕੁਲ ਜੀ। ਤੇ ਇਹਦਾ ਪਰਮਾਨੈਂਟ ਸੋਲੂਸ਼ਨ ਤੇ ਐਜੂਕੇਸ਼ਨ ਹੀ ਹੈ, ਹੋਰ ਤੇ ਕੋਈ ਨਹੀਂ। ਬਿਲਕੁਲ ਜੀ। ਉਹ ਵੀ ਐਜੂਕੇਸ਼ਨ ਵੀ ਹੋਏ ਕਿ ਜੇ ਉਸ ਰਾਹ ਤੇ ਬੰਦਾ ਚੱਲ ਪਵੇ ਕਿ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜੇ ਇਹ ਸੋਚ ਇਨਸਾਨ ਦੇ ਅੰਦਰ ਘਰ ਕਰ ਜਾਏ ਜੀ, ਉਹ ਕਦੀ ਵੀ ਨਸ਼ਿਆਂ ਵੱਲ ਨਹੀਂ ਜਾਏਗਾ। ਜੇ ਜਾਏਗਾ ਵੀ ਤੇ ਮਾੜਾ ਮੋਟਾ ਸਵਾਦ ਦੇ ਕੇ ਵਾਪਸ ਆ ਜਾਏਗਾ। ਜੀ ਜੀ। ਕਿਉਂਕਿ ਤੁਹਾਡੇ ਕੋਲ ਜਦ ਹੋਰ ਕੁਝ ਹੈ ਹੀ ਨਹੀਂ ਤੇ ਤੁਸੀਂ ਫਿਰ ਖਾਲੀ ਭਾਂਡੇ ਖੜਕਣਾ ਹੀ ਹੈ ਨਾ। ਜੀ ਬਿਲਕੁਲ ਜੀ। ਤੁਸੀਂ ਇੱਕ ਗੱਲ ਵਿੱਚ ਕਹੀ ਹੈ ਜੀ ਕਿ ਜੋ ਲੋਕ ਐਡਿਕਟ ਹੋ ਵੀ ਜਾਂਦੇ ਨੇ ਫਿਰ ਉਹ ਡਰਦੇ ਨੇ, ਉਹ ਜਾਂਦੇ ਨਹੀਂ ਜ਼ਿਆਦਾਤਰ ਕਹਿ ਲਓ ਵੀ ਡਰੱਗ ਡੀ ਐਡਿਕਸ਼ਨ ਸੈਂਟਰ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਜਿੰਨਾ ਕੁ ਮੈਂ ਮਹਿਸੂਸ ਕੀਤਾ ਆਸੇ ਪਾਸੇ ਉੱਤੇ ਦੇਖ ਕੇ ਕਿ ਲੋਕਾਂ ਦੇ ਵਿੱਚ ਡਰੱਗ ਡੀ ਐਡਿਕਸ਼ਨ ਸੈਂਟਰ ਦਾ ਇੱਕ ਸਹਿਮ ਹੈ ਕਿ ਉੱਥੇ ਸਾਨੂੰ ਬੰਨ੍ਹ ਕੇ ਰੱਖਿਆ ਜਾਏਗਾ, ਪਤਾ ਨਹੀਂ ਕਿਸ ਤਰ੍ਹਾਂ ਸਾਨੂੰ ਟਰੀਟ ਕੀਤਾ ਜਾਏਗਾ, ਮੁੜ ਕੇ ਪਤਾ ਨਹੀਂ ਅਸੀਂ ਉੱਥੋਂ ਕਦੋਂ ਨਿਕਲ ਪਾਵਾਂਗੇ, ਸਾਡੇ ਨਾਲ ਕਿਸ ਤਰ੍ਹਾਂ ਵਿਵਹਾਰ ਕੀਤਾ ਜਾਏਗਾ। ਕਿਉਂਕਿ ਉਹ ਹੋਇਆ ਵੀ ਹੈ, ਬਹੁਤ ਲੋਕੀ ਭੱਜੇ ਵੀ ਨੇ, ਕਿਉਂਕਿ ਉੱਥੇ ਮਾਹੌਲ ਹੀ ਇਸ ਤਰ੍ਹਾਂ ਦਾ ਕਹਿ ਲਓ ਵੀ ਬਣ ਜਾਂਦਾ ਹੈਗਾ। ਮੈਂ ਇਹ ਚੀਜ਼ ਦੇਖੀ ਹੈ। ਇਹ ਵੀ ਸ਼ਾਇਦ ਇੱਕ ਹੋਏਗਾ ਕਿ ਉੱਥੇ ਦਾ ਜੋ ਨੈਗੇਟਿਵ ਮਾਹੌਲ ਹੈ ਨਾ ਜੀ, ਉਹਨਾਂ ਦੀ ਜਿਹੜੀ ਅਪਰੋਚ ਦੀ ਜਿਹੜੀ ਉਹ ਡਿਫਰੈਂਸ ਹੈ, ਉਹਦੇ ਨਾਲ ਜੋ ਇਨਸਾਨ ਉੱਧਰ ਜਾਣ ਨੂੰ, ਫੈਮਿਲੀਜ਼ ਕਈ ਵਾਰ ਧੱਕੇ ਨਾਲ ਉਹਨਾਂ ਨੂੰ ਲੈ ਕੇ ਜਾਣਾ ਚਾਹੁੰਦੀਆਂ ਨੇ ਕਿ ਉੱਥੇ ਤੂੰ ਬੇਟਾ ਰਿਹਾ 3 ਮਹੀਨੇ ਰਿਹਾ ਜਾਂ ਕਿਸ ਤਰ੍ਹਾਂ, ਹਨਾ ਜੀ, ਬਟ ਉਹ ਫਿਰ ਵੀ ਡਰਦੇ ਨੇ ਉਹ ਸਟੈਪ ਲੈਣ ਤੋਂ। ਟਵਾਲ ਜੀ, ਇੱਕ ਚੀਜ਼ ਹੈ ਕਿ ਜਿਸ ਤਰ੍ਹਾਂ ਅਸੀਂ ਨੌਜਵਾਨ ਹੈਗੇ ਆ ਤੇ ਆਸੇ-ਪਾਸੇ ਜੋ ਨੌਜਵਾਨ ਹੈਗੇ ਨੇ, ਅਸੀਂ ਉਹਨਾਂ ਲਈ ਜ਼ਿਆਦਾ ਫਿਕਰਮੰਦ ਹੈਗੇ ਆ ਕਿ ਉਹ ਇੱਧਰ ਨੂੰ ਨਾ ਜਾਣ। ਮੈਨੂੰ ਲੱਗਦਾ ਇਹ ਜ਼ਿੰਦਗੀ ਦੇ ਪ੍ਰਤੀ ਨੌਜਵਾਨਾਂ ਨੂੰ ਆਪਣਾ ਐਟੀਟਿਊਡ ਜਿਹੜਾ ਹੈ ਨਾ ਉਹ ਚੇਂਜ ਕਰਨ ਦੀ ਲੋੜ ਹੈ। ਹੁਣ ਸਾਰੀ ਦੁਨੀਆ ਜਿਹੜੀ ਹੈਗੀ ਹੈ, ਸਾਰੀ ਦੁਨੀਆ ਦੇ ਜਿਹੜੇ ਇਨਸਾਨ ਹੈ ਉਹਨਾਂ ਤੇ ਔਖੇ ਭਾਰੇ ਸਮੇਂ ਆਉਂਦੇ ਰਹਿੰਦੇ ਆ,
ਅਪਸ ਐਂਡ ਡਾਊਨਸ ਤਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ। ਇਹਦਾ ਮਤਲਬ ਇਹ ਤਾਂ ਨਹੀਂ ਹੁਣ ਸਾਰੀ ਦੁਨੀਆ ਹੀ ਡਰੱਗ ਐਡਿਕਟ ਹੋ ਜੇ ਤੇ ਚਿੱਟਾ ਜਿਹੜਾ ਹੈਗਾ ਉਹੀ ਸੋਲੂਸ਼ਨ ਰਹਿ ਜੇ ਹਰੇਕ ਪ੍ਰੋਬਲਮ ਦਾ। ਕੀ ਕਹਿਣਾ ਚਾਹੋਗੇ ਜੀ? ਯੂਥ ਦਾ ਜਿਹੜਾ ਟ੍ਰੈਂਡ ਹੈ ਨਾ, ਉਹ ਇਸ ਵੇਲੇ ਮੇਰੇ ਹਿਸਾਬ ਨਾਲ ਤਾਂ ਕੋਈ ਹੋਰ ਉਹਦਾ ਕੋਈ ਹੱਲ ਨਹੀਂ ਹੈਗਾ ਜੀ। ਤੇ ਈਵਨ ਮਾਡਰਨ ਸੋਸਾਇਟੀ, ਵੈਸਟਰਨ ਸੋਸਾਇਟੀ, ਜਿੱਥੇ ਕਿੱਥੇ ਵੀ ਦੇਖ ਲਓ ਜੀ, ਇਹਦਾ ਜਿਹੜਾ ਡਰੱਗ ਦਾ ਜੋ ਇੰਪੈਕਟ ਹੈ ਉਹ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਜੀ ਜੀ। ਸੋ ਮੈਂ ਤੇ ਫਿਰ ਦੁਬਾਰਾ ਮੇਰਾ ਉਹੀ ਹੈ ਕਿ ਜਿਹੜਾ ਕੰਮ ਟਾਈਮ ਸਿਰ ਹੋ ਜਾਏ ਨਾ, ਉਹੀ ਕੰਮ ਸਹੀ ਹੈ, ਉਹਦੀ ਵੈਲਿਊ ਸਹੀ ਹੈ, ਉਹਦਾ ਰਿਜ਼ਲਟ ਸਹੀ ਹੈ ਜੀ। ਬਾਕੀ ਦੇਰ ਆਏ ਦਰੁਸਤ ਆਏ, ਉਹਦੇ 'ਚ ਵੀ ਕੋਈ ਨੁਕਸਾਨ ਨਹੀਂ। ਪਰ ਸਭ ਤੋਂ ਵੱਡੀ ਜਿਹੜੀ ਤੁਸੀਂ ਗੱਲ ਕਹੀ ਉਹ ਠੀਕ ਹੀ ਹੈ ਕਿ ਜਿਹੜਾ ਵੀ ਡਰੱਗ ਐਡਿਕਟ ਹੈ ਉਹਨੂੰ ਇਹੋ ਨਸ਼ਾ ਮੁਕਤੀ ਸੈਂਟਰ ਤੱਕ ਜਾਂ ਡਰੱਗ ਡੀ ਐਡਿਕਸ਼ਨ ਸੈਂਟਰ ਤੱਕ ਲਿਜਾਣਾ ਹੈ ਵੀ 90% ਦਾ ਐਫਰਟ ਉੱਥੇ ਹੀ ਵੇਸਟ ਹੋ ਜਾਂਦੀ ਹੈ ਜੀ ਜੀ। ਕੋਈ ਹਫ਼ਤੇ ਬਾਅਦ ਦੌੜ ਜਾਏਗਾ ਉੱਥੋਂ, ਕੋਈ ਜਲਦੀ। ਮਤਲਬ ਇਹ ਇੱਕ ਬਹੁਤ ਵੱਡਾ ਟਾਸਕ ਹੈ। ਇਹਦੇ ਵਿੱਚ ਇਹਨੂੰ ਅਸੀਂ ਇੱਕ ਰਿਲੇਟ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੜਾ, ਜਿਹੜਾ ਕਿ ਹਰ ਇੱਕ ਦੁਨੀਆ ਦੇ ਕੋਨੇ ਤੱਕ ਸਾਨੂੰ ਉਹਦੀਆਂ ਅੱਛਾਈਆਂ ਪਹੁੰਚਾਉਣੀਆਂ ਚਾਹੀਦੀਆਂ ਕਿ 40 ਸਾਲਾਂ ਦੇ ਰਾਜ ਦੇ ਵਿੱਚ ਇੱਕ ਵੀ ਫਾਂਸੀ ਦੀ ਸਜ਼ਾ ਨਾ ਹੋਣੀ ਜੀ। ਦੇਖੋ, ਇਹਨਾਂ ਦੇ ਪਿੱਛੇ ਸਾਡਾ ਜੋ ਸਿੱਖ ਵੈਲਿਊਜ਼ ਆ, ਜੋ ਸਿੱਖ ਇਤਿਹਾਸ ਹੈ, ਉਹਦਾ ਬਹੁਤ ਵੱਡਾ ਹੱਥ ਹੈ ਇੱਕ ਜੀ। ਉਹ ਵੈਲਿਊਜ਼ ਅਸੀਂ ਜਿੰਨਾ ਚਿਰ ਯੂਥ ਦੇ ਵਿੱਚ ਉਹ ਵੈਲਿਊਜ਼ ਨਹੀਂ ਅਸੀਂ ਭਰਦੇ, ਕਿਸੇ ਵੀ ਤਰ੍ਹਾਂ ਸੰਗਤ ਦੇ ਥਰੂ, ਗੁਰਦੁਆਰਿਆਂ ਨੂੰ ਐਜ਼ ਲਰਨਿੰਗ ਸੈਂਟਰਸ ਬਣਾ ਕੇ, ਆਪਣਾ ਐਜੂਕੇਸ਼ਨ ਸਿਸਟਮ ਦੇ ਥਰੂ ਜੀ, ਤੇ ਇਹ ਯੂਥ ਤੇ ਇੱਕ ਬੇਲਗਾਮ ਘੋੜੇ ਵਾਲਾ ਹਾਲ ਹੈ। ਤੇ ਉਹ ਤਾਂ ਫਿਰ ਜਿੱਦਨ ਨੂੰ ਚਲਾ ਗਿਆ, ਉਹਦਾ ਕੋਈ ਇਲਾਜ ਨਹੀਂ ਹੈ ਜੀ। ਜਿਹੜੇ ਤੁਹਾਡੇ ਫੰਡਾਮੈਂਟਲਸ ਆ, ਬੈਕ ਟੂ ਬੇਸਿਕਸ, ਉਹ ਤੇ ਤੁਹਾਡਾ ਮੈਂ ਫਿਰ ਵੀ ਉਹੀ ਕਿ ਜਿਹੜੀ ਤੁਹਾਡੀ ਸਕੂਲਿੰਗ ਹੈ ਨਾ, ਸਕੂਲਿੰਗ ਦੇ ਅੰਦਰ ਜੇ ਉਹ ਠੀਕ ਨਹੀਂ ਹੁੰਦਾ ਜੀ, ਉਹ ਤੋਂ ਬਾਅਦ ਤਾਂ ਫਿਰ ਫਿਰ ਪੰਜਾਬੀ ਚ ਜਿਸ ਤਰ੍ਹਾਂ ਕਹਿੰਦੇ ਕਿ ਰੱਬ ਆਸਰੇ ਛੱਡ ਦਿਓ, ਫਿਰ ਜਦੋਂ ਵਾਹਿਗੁਰੂ ਦੀ ਕਿਰਪਾ ਹੋਣੀ ਉਦੋਂ ਤਾਂ ਸਭ ਕੁਝ ਹੋ ਜਾਣਾ ਠੀਕ ਹੈ ਜੀ। ਬਿਲਕੁਲ ਬਿਲਕੁਲ ਜੀ। ਸੋ ਇਹ ਯੂਥ ਨੂੰ ਹੈ ਕਿ ਉਹਦਾ ਬਚਪਨ ਜੇ ਅਸੀਂ ਯੂਥ ਦਾ ਸੰਭਾਲ ਲਈਏ ਤੇ ਫਿਰ ਯੂਥ ਦੀ એનર્ਜੀ ਆਟੋਮੈਟਿਕਲੀ ਚੈਨਲਾਈਜ਼ ਹੋ ਜਾਏਗੀ। ਉਹਦੇ ਲਈ ਸਾਨੂੰ ਬਹੁਤਾ ਵਰੀ ਕਰਨ ਦੀ ਲੋੜ ਨਹੀਂ। ਸੋ ਇਸ ਕਰਕੇ ਸਾਡਾ ਜਿਹੜਾ ਰੀਬੂਟ ਪੰਜਾਬ ਹੈ, ਇਸ ਪ੍ਰੋਗਰਾਮ ਦੇ ਵਿੱਚ ਸਾਡਾ ਹਮੇਸ਼ਾ ਇਹੀ ਮਕਸਦ ਰਿਹਾ ਹੈ ਕਿ ਅਸੀਂ ਐਜੂਕੇਸ਼ਨ ਦੇ ਉੱਤੇ ਜ਼ਿਆਦਾ ਜ਼ੋਰ ਦਈਏ। ਹੈ ਮੈਂਟੈਲਿਟੀ ਇਸ ਤਰ੍ਹਾਂ ਦੀ ਬਣ ਜੇ ਕਿ ਉਧਰ ਦੀ ਆਪਸ਼ਨ ਬਾਰੇ ਤਾਂ ਉਹ ਕਦੇ ਸੁਪਨੇ 'ਚ ਵੀ ਸੋਚ ਨਾ ਸਕਣ ਕਿ ਕਿਸੇ ਪ੍ਰੋਬਲਮ ਦਾ ਹੱਲ ਇਹ ਸ਼ਰਾਬ ਜਾਂ ਕੋਈ ਚਿੱਟਾ ਵੀ ਹੋ ਸਕਦਾ ਹੈ। ਇੱਕ ਚੀਜ਼ ਹੈ ਜੀ ਕਿ ਬਹੁਤ ਇਨਸਾਨ ਮੈਂ ਦੇਖੇ ਨੇ ਆਸ-ਪਾਸ ਕਿ ਜਿਹੜੇ ਕਿ ਇੰਟਰੋਵਰਟ ਬਹੁਤ ਹੁੰਦੇ ਨੇ, ਉਹ ਆਪਣੀ ਜ਼ਿੰਦਗੀ ਦੀ ਪ੍ਰੋਬਲਮ ਜਾਂ ਕਿਹੜੇ ਸਟ੍ਰੈਸ ਦੇ ਵਿੱਚੋਂ ਗੁਜ਼ਰ ਰਹੇ ਨੇ ਜਾਂ ਕਿਹੜੀ ਸਿਚੁਏਸ਼ਨ ਉਹਨਾਂ ਦੇ ਅੱਗੇ ਆ ਕੇ ਖੜ ਗਈ ਹੈ, ਉਹ ਮਤਲਬ ਕਿ ਆਪਣੇ ਦਿਲ ਦੀ ਗੱਲ ਅੰਦਰ ਹੀ ਰੱਖ ਲੈਂਦੇ ਨੇ, ਬਾਹਰ ਡਿਸਕਸ ਨਹੀਂ ਕਰਦੇ ਕਿਸੇ ਨਾਲ। ਮੈਨੂੰ ਲੱਗਦਾ ਇਹ ਬੜੀ ਵੱਡੀ ਇੱਕ ਚੀਜ਼ ਹੈ ਜੋ ਰੋਲ ਪਲੇ ਕਰਦੀ ਹੈ ਲੋਕਾਂ ਨੂੰ ਡਿਪਰੈਸ਼ਨ 'ਚ ਲੈ ਕੇ ਜਾਣ ਦਾ ਤੇ ਮਤਲਬ ਗਲਤ ਸਟੈਪ ਚੱਕਣ ਦਾ। ਮੈਨੂੰ ਲੱਗਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਜੋ ਵੀ ਲੋਕ ਨੇ ਅੰਦਰੋਂ ਕੋਈ ਚੀਜ਼ ਫੀਲ ਕਰ ਰਿਹਾ, ਤੁਸੀਂ ਰਾਈਟ ਪਰਸਨ ਦੇ ਨਾਲ ਆਪਣੇ ਸਰਕਲ ਦੇ ਵਿੱਚ ਕਿਸੇ ਨਾ ਕਿਸੇ ਬੰਦੇ ਨਾਲ ਜ਼ਰੂਰ ਡਿਸਕਸ ਕਰੋ, ਤੁਹਾਨੂੰ ਸੁਸਾਇਟੀ 'ਚੋਂ ਕੋਈ ਨਾ ਕੋਈ ਬੰਦਾ ਤਾਂ ਜ਼ਰੂਰ ਸਪੋਰਟ ਕਰੇਗਾ। ਜਿਹੜੀ ਇੰਟਰੋਵਰਟ ਦੀ ਫੀਲਿੰਗ ਹੈ ਨਾ, ਇਹਦਾ ਮੇਨ ਰੀਜ਼ਨ ਹੀ ਇਹ ਹੋਈ ਹੈ ਕਿ ਵੀ ਆਰ ਆਲ ਗੋਇੰਗ ਇਨਟੂ ਆਈਸੋਲੇਸ਼ਨ। ਜਿਸ ਤਰ੍ਹਾਂ ਹੁਣ ਇਸ ਬਿਮਾਰੀ ਦੇ ਵਿੱਚ ਵੀ ਦੇਖਿਆ, ਤੇ ਉੱਥੇ ਫਿਰ ਰੋਲ ਉਹੀ ਆ ਜਾਂਦਾ ਕਿ ਜਦੋਂ ਤੁਸੀਂ ਕਿਸੇ ਨੂੰ ਆਪਣਾ ਸਮਝਦੇ ਹੋ ਨਾ ਜੀ, ਜਦੋਂ ਕਿਸੇ ਨੂੰ ਤੁਸੀਂ ਆਪਣਾ ਸਮਝਦੇ ਹੋ ਉਦੋਂ ਹੀ ਤੁਸੀਂ ਉਹਦੇ ਨਾਲ ਆਪਣਾ ਦੁੱਖ ਸਾਂਝਾ ਕਰਦੇ ਹੋ ਜੀ। ਬਿਲਕੁਲ ਜੀ। ਜੇ ਉਹ ਆਪਣਾਪਨ ਦੀ ਤੁਹਾਡੇ 'ਚ ਫੀਲਿੰਗ ਹੀ ਨਹੀਂ ਰਹੀ, ਤੁਸੀਂ ਕਿਸੇ ਨੂੰ ਆਪਣਾ ਸਮਝਦੇ ਹੀ ਨਹੀਂ, ਤੁਸੀਂ ਕੋਈ ਸੋਚਦੇ ਹੀ ਨਹੀਂ ਕਿ ਤੁਹਾਡਾ ਕੋਈ ਦੁੱਖ ਵੰਡਾਉਣ ਵਾਲਾ ਹੈ ਜਾਂ ਸੁਣਨ ਵਾਲਾ ਹੈ ਜੀ, ਉਹ ਫਿਰ ਬੰਦਾ ਵਾਕਈ ਡਿਪਰੈਸ਼ਨ ਦੇ ਵਿੱਚ ਜਾ ਕੇ ਆਪਣੇ ਅੰਦਰ ਹੀ ਜ਼ਹਿਰ ਘੋਲ ਕੇ ਉਹ ਫਿਰ ਜ਼ਹਿਰ ਦਾ ਰੂਪ ਹੀ ਬਣ ਜਾਂਦਾ। ਡਰੱਗ ਜਿਹੜੀ ਇਹ ਜ਼ਹਿਰ ਹੀ ਹੈ ਨਾ ਇੱਕ ਤਰ੍ਹਾਂ ਦੀ। ਬਿਲਕੁਲ ਜੀ, ਬਿਲਕੁਲ। ਸੋ ਮੁੜ ਘਿੜ ਕੇ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਅਸੀਂ ਜਿਹੜੇ ਸਾਡੇ ਗੁਰੂਆਂ ਦੇ ਅਸੂਲ ਨੇ ਜੀ, ਉਹਦੇ 'ਚ ਜੋ ਸਾਨੂੰ ਪੈਕੇਜ ਦਿੱਤਾ ਗਿਆ ਸਾਡੀ ਐਜੂਕੇਸ਼ਨ ਦੇ ਵਿੱਚ, ਇੱਕ 10 ਜਾਮਿਆਂ ਦੇ ਵਿੱਚ, ਮੈਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕਾ ਕਿ 10 ਜਾਮਿਆਂ ਦੇ ਵਿੱਚ ਕੋਈ ਵੀ ਦੁਨੀਆ ਦੀ ਐਸੀ ਪ੍ਰੋਬਲਮ ਨਹੀਂ ਜਿਹੜੀ ਕਿ ਗੁਰੂ ਸਾਹਿਬਾਨਾਂ ਨੇ ਆਪਣੇ ਪਿੰਡੇ ਦੇ ਨਾਂ ਹੀ ਹੜਾਈ ਹੋਵੇ। ਹਰ ਤਰ੍ਹਾਂ ਦਾ ਜ਼ੁਲਮ, ਹਰ ਤਰ੍ਹਾਂ ਦੀ ਸਮੱਸਿਆ, ਹਰ ਤਰ੍ਹਾਂ ਦੀ ਗਰੀਬੀ ਜੀ ਜੀ, ਹਰ ਤਰ੍ਹਾਂ ਦੀ ਅਮੀਰੀ ਤਾਂ ਚਲੋ ਸਾਡੀ ਅਮੀਰੀ ਦੀ ਤਾਂ ਡੈਫੀਨੇਸ਼ਨ ਹੀ ਅਲੱਗ ਆ ਜੀ, ਹਰ ਤਰ੍ਹਾਂ ਦਾ ਸੰਘਰਸ਼, ਤੇ ਉਹਦੇ 'ਚ ਡਿਪਰੈਸ਼ਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਸਾਡੇ 'ਚ ਜੀ। ਬਿਲਕੁਲ ਬਿਲਕੁਲ ਬਿਲਕੁਲ। ਤੇ ਬਾਕੀ ਜੇ ਅਸੀਂ ਇਹਨਾਂ ਗੱਲਾਂ ਵਾਸਤੇ ਦੱਸਾਂਗੇ ਹੀ ਨਾ, ਦੇਖੋ ਮੈਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਰਿਹਾ ਸੀ ਕਿ 40 ਸਾਲਾਂ 'ਚ ਕੋਈ ਵੀ ਫਾਂਸੀ ਦੀ ਸਜ਼ਾ ਨਾ ਹੋਣੀ ਜੀ, ਇੱਕ ਬਹੁਤ ਹੀ ਵੱਡੀ ਗੱਲ ਹੈ ਜੋ ਕਿ
ਚਲੋ ਹੌਲੀ ਹੌਲੀ ਹੁਣ ਮੀਡੀਆ ਦੇ ਥਰੂ ਸਾਰੀ ਦੁਨੀਆ 'ਚ ਗੱਲਾਂ ਇਹ ਫੈਲ ਰਹੀਆਂ ਨੇ ਜੀ ਕਿ ਹਰੂ ਸਿੰਘ ਨਲਵਾ ਜੀ ਨੂੰ ਜਿੱਦਾਂ ਕਿ ਸਭ ਤੋਂ ਬੜੇ ਜਰਨੈਲ ਦਾ ਰੁਤਬਾ ਦਿੱਤਾ ਗਿਆ ਪੂਰੀ ਦੁਨੀਆ ਦੇ ਵਿੱਚ। ਜੀ ਉਹ ਮੇਰਾ ਮੰਨਣ ਦਾ ਇਹ ਹੈ ਕਿ ਡਰੱਗ ਦੇ ਉੱਤੇ ਵੀ ਅਪਲਾਈ ਹੁੰਦਾ ਕਿ ਜਿੰਨਾ ਚਿਰ ਇਨਸਾਨ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦਾ ਜੀ ਉਨਾ ਚਿਰ ਉਸ ਦੀ ਸਮੱਸਿਆ ਦਾ ਹੱਲ ਬਾਹਰੋਂ ਜਿੰਨਾ ਮਰਜ਼ੀ ਠੋਪੀ ਜਾਓ, ਕਿਉਂਕਿ ਹੱਲ ਅੰਦਰੋਂ ਹੀ ਆਉਣਾ। ਕਿ ਜਦੋਂ ਤੁਹਾਡੇ ਅੰਦਰੋਂ ਤੁਹਾਨੂੰ ਅਹਿਸਾਸ ਹੋ ਗਿਆ, ਕੋਈ ਵੀ ਹੋਵੇ, ਕੋਈ ਕ੍ਰਾਈਮ ਹੋਵੇ, ਕੋਈ ਗਲਤ ਕੰਮ ਹੋਵੇ, ਕਿਸੇ ਦਾ ਵੀ ਅਹਿਸਾਸ ਹੋ ਗਿਆ ਅੰਦਰੋਂ, ਸਹੀ ਅਹਿਸਾਸ ਹੋ ਗਿਆ ਕਿ ਮੈਂ ਇਹ ਕੰਮ ਗਲਤ ਕੀਤਾ। ਜੀ ਡਰੱਗਸ ਦਾ ਵੀ ਜਦੋਂ ਅਹਿਸਾਸ ਹੋ ਗਿਆ ਕਿ ਵੀ ਮੈਂ ਬੜੇ ਗਲਤ ਪਾਸੇ ਚਲਾ ਗਿਆ, ਮੈਂ ਸਹੀ ਪਾਸੇ ਜਾਣਾ, ਜੀ ਇਹ ਜਿਹੜੀ ਅੰਦਰੋਂ ਜਿਹੜੀ ਚੇਂਜ ਲਿਆਉਣੀ ਹੈ ਨਾ, ਇਹ ਬਹੁਤ ਜ਼ਰੂਰੀ ਹੈ। ਹੁਣ ਅਸੀਂ ਤੇ ਚੱਕ ਕੇ ਚਲੋ ਇਹ ਵੀ ਇੱਕ ਮੁਹਿੰਮ ਚੱਲ ਰਹੀ ਹੈ ਕਿ ਜਿਹੜੀ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਹੈ, ਇਨਸਾਨ ਨੂੰ ਦੂਸਰੇ ਇਨਸਾਨ ਨੂੰ ਮੌਤ ਦੇ ਘਾਟ ਉਤਾਰ ਦੇਣਾ, ਇਹ ਕੋਈ ਸੋਲੂਸ਼ਨ ਨਹੀਂ ਹੈਗਾ। ਜੀ 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 ਤੇ ਪ੍ਰਿਜ਼ਨਾਂ ਦੀ ਜਗ੍ਹਾ ਸਾਨੂੰ ਵਰਲਡ ਰਿਫਾਰਮ ਸੈਂਟਰਸ ਚਾਹੀਦੇ ਨੇ। ਜੀ ਜੀ ਜਿਹੜਾ ਵੀ ਠੀਕ ਹੈ, ਉਹ ਇਨਸਾਨ ਨੂੰ ਰਿਫਾਰਮ ਸੈਂਟਰ ਉਹਨਾਂ ਆਪਣੀ ਗਲਤੀ ਦਾ ਅਹਿਸਾਸ ਕਰਾ ਦੇ ਕਿ ਭਾਈ ਆ ਤੁਸੀਂ ਗਲਤ, ਉਹੀ ਉਹਦੀ ਸਭ ਤੋਂ ਵੱਡੀ ਸਜ਼ਾ ਹੈ, ਉਹੀ ਵਿਕਟਰੀ ਹੈ। ਬਿਲਕੁਲ ਜੀ ਇਹ ਚੀਜ਼ ਸਾਡੇ ਡਰੱਗ ਡੀ ਐਡਿਕਸ਼ਨ ਸੈਂਟਰਾਂ 'ਚ ਵੀ ਅਪਲਾਈ ਹੁੰਦੀ ਹੈ, ਜੋ ਹੁਣ ਦੱਸ ਰਹੇ ਨੇ ਚੀਮਾ ਸਾਹਿਬ ਤੇ ਬੜੂ ਸਾਹਿਬ ਵਾਲੇ। ਸਭ ਤੋਂ ਵੱਡਾ ਜਿਹੜਾ ਇੱਕ ਤਾਂ ਉਹਨਾਂ ਨੂੰ ਸੰਗਤ ਬਹੁਤ ਵਧੀਆ ਦਿੱਤੀ ਜਾਂਦੀ ਹੈ, ਇੱਕ ਗੁਰਮਤਿ ਦਾ ਗਿਆਨ, ਤੇ ਇੱਕ ਉਹਨਾਂ ਦੀ ਜਿਹੜੀ ਵਿਲ ਪਾਵਰ ਉਹਨੂੰ ਸਟਰੋਂਗ ਕੀਤਾ ਜਾਂਦਾ ਜੀ, ਤਾਂ ਕਿ ਉਹ ਮੁੜ ਕੇ ਫਿਰ ਨਾ ਕਿਤੇ ਇੱਕ ਵਾਰ ਠੀਕ ਹੋ ਕੇ ਇਸ ਰਾਹ ਦੇ ਉੱਤੇ ਫਿਰ ਨਾ ਤਿਲਕ ਜਾਣ। ਜੀ ਬਿਲਕੁਲ ਜੀ, ਬਿਲਕੁਲ ਸਹੀ। ਤੇ ਨਾਲ ਹੀ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਨਾ ਕਿ ਡਿਸਕਸ ਕਰਨੀ ਚਾਹੀਦੀ, ਗੱਲ ਅੰਦਰ ਨਹੀਂ ਰੱਖਣੀ ਚਾਹੀਦੀਆਂ। ਅਸੀਂ ਆਪਣੀਆਂ ਜ਼ਿੰਦਗੀਆਂ ਦੇਖ ਲਈਏ, ਮੈਂ ਆਪਣੀ ਜ਼ਿੰਦਗੀ ਦੇਖਾਂ, ਤੁਸੀਂ ਆਪਣੀ ਜ਼ਿੰਦਗੀ ਦੇਖੋ, ਤਾਂ ਕਿੰਨੇ ਹੀ ਲੋਕਾਂ ਨੇ ਸਾਨੂੰ ਜ਼ਿੰਦਗੀ 'ਚ ਹੈਲਪ ਕੀਤੀ ਹੋਏਗੀ। ਕੋਈ ਵੀ ਜ਼ਿੰਦਗੀ ਇਨਸਾਨ ਇਸ ਤਰ੍ਹਾਂ ਦਾ ਨਹੀਂ ਕਿ ਸਾਨੂੰ ਹੈਲਪ ਦੀ ਲੋੜ ਨਾ ਪਈ ਹੋਵੇ, ਹਨਾ ਜੀ। ਮੈਂ ਇੱਥੇ UK ਦੇ ਵਿੱਚ ਮੇਰੀ ਲਾਈਫ ਦੇ ਕਿੰਨੇ ਹੀ ਸਟਰਗਲ ਆਏ ਆ। ਮੈਂ ਜੇ ਸਪੈਸ਼ਲੀ ਇੱਕ ਦੋ ਨਾਮ ਲਵਾਂ ਤਾਂ ਮੇਰੇ ਮਾਮਾ ਜੀ ਮੇਰੇ ਨਾਲ ਸੀਗੇ, ਉਹਨਾਂ ਨੇ ਮੈਨੂੰ ਬੜੀ ਸਪੋਰਟ ਕੀਤੀ। ਤੇ ਮੇਰੇ ਨਾਲ ਇੱਥੇ ਕਹਿ ਲਓ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਆਇਆ, ਸਿੱਧੂ ਭਾਜੀ ਸੀ, ਉਹਨਾਂ ਨੇ ਇੱਕ ਬੜਾ ਵੱਡਾ ਰੋਲ ਪਲੇ ਕੀਤਾ ਸੀਗਾ। ਜੇ ਉਹ ਨਾ ਹੁੰਦੇ ਤਾਂ ਮੈਂ ਇੱਥੇ ਤੁਹਾਡੇ ਸਾਹਮਣੇ ਨਾ ਬੈਠਾ ਹੁੰਦਾ। ਬਟ ਗੱਲ ਉਹੀ ਹੈ ਕਿ ਤੁਹਾਡਾ ਰਾਈਟ ਸਰਕਲ ਹੋਣਾ ਚਾਹੀਦਾ ਜੀ। ਬਿਲਕੁਲ, ਜਦੋਂ ਬੰਦਾ ਕੋਈ ਐਡਿਕਟ ਹੋ ਗਿਆ ਫਿਰ ਤਾਂ ਡਰੱਗ ਡੀ ਐਡਿਕਸ਼ਨ ਸੈਂਟਰ ਹੀ ਉਹਦੇ ਜਿਹੜੀ ਕਹਿ ਲਓ ਅਪਰੋਚ ਹੋਣੀ ਚਾਹੀਦੀ ਹੈ। ਤੁਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਜੋ ਹੈ ਸਟੋਰੀ ਸ਼ੇਅਰ ਕੀਤੀ ਹੈ, ਡਾਕੂਮੈਂਟਰੀ ਬਣਾਈ ਹੈ, ਇੱਕ ਮਿਨੀ ਡਾਕੂਮੈਂਟਰੀ ਬਣਾਈ ਹੈ ਜਿਹਦੇ ਜੋ 1.5 ਕਰੋੜ ਦਾ ਕਹਿ ਲਓ 1 ਕਰੋੜ 35 ਲੱਖ ਦੇ ਕਰੀਬ ਉਹ ਜੋ ਕਹਿ ਲਓ ਚਿੱਟਾ ਪੀ ਗਿਆ, ਉਸ ਚੀਜ਼ ਦਾ ਕਿੰਨੀ ਵੱਡੀ ਅਮਾਊਂਟ ਹੈ ਜੀ। 1 ਕਰੋੜ ਕਹਿ ਦੇਣਾ ਸੌਖਾ ਆ। ਤੇ ਮੈਂ ਚਾਹਾਂਗਾ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਉਹ ਮਿਨੀ ਡਾਕੂਮੈਂਟਰੀ ਇੱਥੇ ਦਿਖਾ ਦਈਏ। ਹਿਮਾਚਲ ਦੀਆਂ ਹਸੀਨ ਵਾਦੀਆਂ 'ਚ ਵਸੀ ਰੂਹਾਨੀਅਤ ਨਾਲ ਭਰਪੂਰ ਪਿੰਡ ਬੜੂ ਸਾਹਿਬ, ਜਿੱਥੋਂ ਦੀ ਫਿਜ਼ਾ ਵਿੱਚ ਮਨੁੱਖੀ ਰੂਹ ਨੂੰ ਸਕੂਨ ਦੇਣ ਵਾਲੀ ਇਲਾਹੀ ਬਾਣੀ ਦਾ ਪ੍ਰਵਾਹ 24 ਘੰਟੇ ਨਿਰੰਤਰ ਚੱਲਦਾ ਰਹਿੰਦਾ ਹੈ। ਨਵੀਂ ਉਮੰਗ ਲੈ ਕੇ ਨਿਕਲ ਰਹੇ ਸੂਰਜ ਦੀ ਰੋਸ਼ਨੀ ਦੀ ਤਰ੍ਹਾਂ ਅਨੇਕਾਂ ਨਸ਼ੇ ਦੇ ਦਲਦਲ ਵਿੱਚ ਡੁੱਬੇ ਹੋਏ ਨੌਜਵਾਨਾਂ ਦੇ ਜੀਵਨ ਨੂੰ ਰੋਸ਼ਨੀ ਪ੍ਰਦਾਨ ਕਰਨ ਵਾਲੇ ਬੜੂ ਸਾਹਿਬ 'ਚ ਚੱਲ ਰਹੇ ਅਕਾਲ ਨਸ਼ਾ ਛੁਡਾਓ ਕੇਂਦਰ ਬਾਰੇ ਆਓ ਜਾਣਦੇ ਹਾਂ। मैं सिर्फ चिट्टे का नशा किया है जी, पर सिर्फ कहना गलत होगा, चिट्टा ही बर्बाद कर दिंदा। 8 साल नशा किया है जी। 8-9 सालों के विच मैं तकरीबन करोड़ तो उपर एस्टीमेट 1.5 करोड़ 1.35 इस दे एस्टीमेट दे विच नशा पी चुका हाँ, अपना घर तक वेच चुका हाँ। मैं तो मेरी मम्मी बहुत दुखी रहते सी, मेरी बीमारी की वजह करके, मेरे नशे की वजह करके। ਇੱਥੋਂ ਤੱਕ ਕਿ ਮੰਗਣ ਦੀ ਨੌਬਤ ਆ ਗਈ ਸੀ, ਪਰ ਨਸ਼ਾ ਛੱਡਿਆ ਨਹੀਂ ਸੀ ਜਾ ਰਿਹਾ। ਫਾਈਨਲੀ ਸਾਨੂੰ ਅਕਾਲ ਨਸ਼ਾ ਮੁਕਤੀ ਕੇਂਦਰ ਬੜੂ ਸਾਹਿਬ ਬਾਰੇ ਪਤਾ ਲੱਗਾ ਤੇ ਫਿਰ ਅਸੀਂ ਇੱਥੇ ਆਏ। ਤੇ ਇੱਥੇ ਹੋਣ ਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ। ਮੈਂ ਬਿਲਕੁਲ ਠੀਕ ਹਾਂ। ਇੱਥੇ ਬਿਲਕੁਲ ਹੀ ਘਰ ਵਰਗਾ ਮਾਹੌਲ ਮਿਲਦਾ ਸੀ। ਇੱਥੇ ਦਾ ਸਟਾਫ, ਇੱਥੇ ਦਾ ਨਰਸਿੰਗ ਸਟਾਫ ਭੈਣਾਂ ਭਰਾਵਾਂ ਵਾਂਗੂ ਟਰੀਟ ਕਰਦਾ ਸੀ। ਬਾਕੀ ਦੇ ਸੈਂਟਰਾਂ ਵਿੱਚ ਇੱਕ ਨਸ਼ੇੜੀ ਦੇ ਤੌਰ ਤੇ ਜਾਨਵਰਾਂ ਵਾਂਗੂ ਟਰੀਟ ਕੀਤਾ ਜਾਂਦਾ ਸੀ, ਪਰ ਇੱਥੇ ਸਾਨੂੰ ਇੱਕ ਮਰੀਜ਼ ਸਮਝਿਆ ਜਾਂਦਾ ਸੀ। ਇੱਥੇ ਦੇ ਸਟਾਫ ਨੇ
ਸਾਡੇ ਸਹੀ ਹੋਣ ਵਿੱਚ ਉਸ ਤਰ੍ਹਾਂ ਮਦਦ ਕੀਤੀ ਜਿਵੇਂ ਘਰ ਵਿੱਚ ਭੈਣ ਭਾਈ ਕਰਦੇ ਨੇ। ਬਾਕੀ ਸੈਂਟਰਾਂ ਵਿੱਚ ਬਹੁਤ ਹੀ ਜ਼ਿਆਦਾ ਜਲੀਲ ਕੀਤਾ ਜਾਂਦਾ ਸੀ, ਇੰਨਾ ਜਲੀਲ ਕਿ ਬੰਦਾ ਆਪਣੀ ਹੀ ਨਜ਼ਰ ਚੋਂ ਡਿੱਗ ਜਾਵੇ ਤੇ ਨਫ਼ਰਤ ਹੋ ਜਾਂਦੀ ਸੀ ਆਪਣੇ ਆਪ ਨਾਲੋਂ, ਸਮਾਜ ਨਾਲੋਂ ਤੇ ਪਰਿਵਾਰ ਨਾਲੋਂ। ਬੰਦਾ ਸੈਂਟਰ ਦੇ ਵਿੱਚ ਹੀ ਸੋਚ ਲੈਂਦਾ ਸੀ ਕਿ ਮੈਂ ਬਾਹਰ ਜਾ ਕੇ ਨਸ਼ਾ ਕਰਨਾ ਸ਼ੁਰੂ ਕਰ ਦੇਣਾ। ਪਰ ਮੈਂ ਧੰਨਵਾਦ ਕਰਦਾ ਅਕਾਲ ਨਸ਼ਾ ਮੁਕਤੀ ਕੇਂਦਰ ਬੜੂ ਸਾਹਿਬ ਵਾਲਿਆਂ ਦਾ, ਜਿਨ੍ਹਾਂ ਨੇ ਸਾਡੀ ਬਾਂਹ ਫੜੀ ਤੇ ਮੇਰੇ ਵਰਗੇ ਬਹੁਤ ਸਾਰੇ ਨੌਜਵਾਨ, ਮੇਰੇ ਐਸਟੀਮੇਟ ਦੇ ਹਿਸਾਬ ਨਾਲ ਕੁੱਲ 6000 ਤੋਂ ਉੱਪਰ ਨੌਜਵਾਨ ਇੱਥੋਂ ਇਲਾਜ ਕਰਾ ਕੇ ਠੀਕ ਹੋ ਚੁੱਕੇ ਨੇ, ਜਿਨ੍ਹਾਂ ਵਿੱਚ ਮੈਂ ਵੀ ਹਾਂ। ਮੈਨੂੰ ਪਹਿਲੇ ਕੁਝ ਸਮੇਂ ਤੋਂ ਡਿਪਰੈਸ਼ਨ ਸੀ, 3-4 ਮਹੀਨਿਆਂ ਤੋਂ ਅੱਗੇ ਨਾਲੋਂ ਮੈਨੂੰ ਸੁਧਾਰ ਆ। ਇੱਥੋਂ ਦਾ এনवायरमेंट ਬਹੁਤ ਚੰਗਾ ਆ। ਇੱਥੋਂ ਦੇ ਜਿਹੜੇ ਸਟਾਫ ਆ, ਜਿਹੜੇ EMPLOYED ਸਟਾਫ ਆ, ਉਹ ਬਹੁਤ ਉਹਨਾਂ ਨੇ ਚੰਗੀ ਤਰ੍ਹਾਂ ਮੇਰੀ ਟੇਕ ਕੇਅਰ ਕੀਤੀ ਹੈ। ਜਿਹੜੇ ਮਾਨਸਿਕ ਤੌਰ ਤੇ ਪਰਸਨੈਲਿਟੀਜ਼ ਬਹੁਤ ਸਟਰੋਂਗ ਨਹੀਂ ਹੁੰਦੀਆਂ, ਕੋਈ ਪਰਸਨੈਲਿਟੀ ਦੀ ਪ੍ਰੋਬਲਮ ਹੈ, ਕੋਈ ਡਿਪਰੈਸ਼ਨ ਹੈ ਕਿਸੇ ਨੂੰ, ਉਹ ਜੇ ਲੋਕਾਂ ਨੂੰ ਜ਼ਿਆਦਾ ਚਾਂਸ ਹੁੰਦਾ ਹੈ ਐਡਿਕਸ਼ਨ ਦੀ ਬਿਮਾਰੀ ਲੈਣ ਦਾ। ਸੋ ਇਹ ਇੱਥੇ ਪਲਾਨ ਕੀਤਾ ਗਿਆ ਅਕਾਲ ਡੀ ਐਡਿਕਸ਼ਨ ਸੈਂਟਰ ਵਿੱਚ ਕਿ ਐਡਿਕਸ਼ਨ ਦੇ ਟ੍ਰੀਟਮੈਂਟ ਦੇ ਨਾਲ ਨਾਲ ਇਹ ਵੀ ਫੈਸਿਲਿਟੀ ਦਿੱਤੀ ਜਾਏ ਕਿ ਇੱਥੇ ਡਿਪਰੈਸ਼ਨ, ਐਂਗਜ਼ਾਇਟੀ, ਸਕਿਜ਼ੋਫਰੇਨੀਆ, ਇਨ ਸਾਰਿਆਂ ਦਾ ਇਲਾਜ ਵੀ ਨਾਲ ਕੀਤਾ ਜਾਂਦਾ ਹੈ। ਔਰ ਦੋਨੋਂ ਇਹ ਟ੍ਰੀਟਮੈਂਟ ਵਾਸਤੇ ਲੇਡੀਜ਼ ਔਰ ਜੈਂਟਲਮੈਨ ਦੋਨੋਂ ਵਾਸਤੇ ਇਹ ਫੈਸਿਲਿਟੀ ਇੱਥੇ ਅਵੇਲੇਬਲ ਹੈ, ਇਨ ਪੇਸ਼ੈਂਟ ਦੀ ਵੀ, ਆਊਟ ਪੇਸ਼ੈਂਟ ਦੀ ਵੀ। ਇਹ ਇੱਕ ਯੂਨੀਕ ਫੀਚਰ ਹੈ ਇਸ ਸੈਂਟਰ ਦਾ, ਜਿੱਥੇ ਕਿ ਐਡਿਕਸ਼ਨ ਦੇ ਨਾਲ ਨਾਲ ਹੋਰ ਜੋ ਮੈਂਟਲ ਏਲਮੈਂਟਸ ਹਨ ਉਹਨਾਂ ਦਾ ਵੀ ਇਲਾਜ ਕੀਤਾ ਜਾਂਦਾ ਹੈ। ਅਸੀਂ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖਿਡਾਉਂਦੇ ਹਨ। ਖੇਡਾਂ ਨਾਲ ਇਹਨਾਂ ਦੀ ਏਕੇ ਦੀ ਭਾਵਨਾ ਆਉਂਦੀ ਹੈ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ। ਸਵੇਰੇ ਮੈਂ 5 ਵਜੇ ਉੱਠ ਜਾਂਦਾ, ਨਹਾਉਣ ਤੋਂ ਬਾਅਦ ਅਸੀਂ ਪਾਠ ਕਰਦੇ, ਉਸ ਤੋਂ ਬਾਅਦ ਬ੍ਰੇਕਫਾਸਟ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਮੈਡੀਸਨ ਮਿਲਦੀ, ਫਿਰ ਅਸੀਂ ਟੀਵੀ ਦੇਖਦੇ, ਫਿਰ ਕੁਝ ਚਿਰ ਰੈਸਟ ਕਰਦੇ, ਫਿਰ ਉੱਠ ਕੇ ਖੇਡਣ ਚਲੇ ਜਾਂਦੇ, ਫਿਰ ਟੀਵੀ ਦੇਖਦੇ, ਲਾਇਬ੍ਰੇਰੀ ਚਲੇ ਜਾਂਦੇ। ਕਾਉਂਸਲਿੰਗ ਹੋ ਜਾਂਦੀ ਸਾਡੀ, ਫਿਰ ਮੈਡੀਸਨ ਦੀ ਕੋਈ ਡਾਕਟਰ ਦੀ ਪ੍ਰੋਬਲਮ, ਕੋਈ ਮੈਡੀਸਨ ਦੀ ਪ੍ਰੋਬਲਮ, ਉਹ ਡਾਕਟਰ ਨਾਲ ਸ਼ੇਅਰ ਕਰਦੇ, ਉਹ ਸਾਰਿਆਂ ਦੀ ਸੁਣਦੇ। ਬਾਕੀ ਸੈਂਟਰਾਂ ਵਿੱਚ ਜਿੱਦਾਂ ਡਾਕਟਰ ਮਹੀਨੇ ਦੇ ਅਖੀਰ ਵਿੱਚ ਆਉਂਦੇ ਨੇ ਜਾਂ ਹਫਤੇ ਦੇ ਅਖੀਰ ਵਿੱਚ ਆਉਂਦੇ ਨੇ, ਪਰ ਇੱਥੇ ਡਾਕਟਰ 24 ਘੰਟੇ ਹੀ ਅਵੇਲੇਬਲ ਹੁੰਦੇ ਨੇ। ਕਾਉਂਸਲਿੰਗ ਤੋਂ ਬਾਅਦ ਡਾਕਟਰ ਦੇ ਕੋਲ ਭੇਜ ਦਿੱਤਾ ਜਾਂਦਾ ਆ, ਉਹ ਮੈਡੀਸਨ ਬਾਰੇ ਜਾਂ ਸਾਡੀ ਸਿਹਤ ਬਾਰੇ ਹਰ ਰੋਜ਼ਾਨਾ ਪੁੱਛਗਿੱਛ ਕਰਦੇ ਨੇ ਤੇ ਸਾਡੀ ਹਰ ਇੱਕ ਪ੍ਰੋਬਲਮ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੇ ਮੈਂ ਡਾਕਟਰਾਂ ਬਾਰੇ ਗੱਲ ਕਰਾਂ, ਸ਼੍ਰੀ ਮਾਧਵ ਪਾਖਰੇ ਜੀ, ਗੁਪਤਾ ਸਰ, ਉਸ ਤੋਂ ਬਾਅਦ ਇੱਥੋਂ ਦਾ ਨਰਸਿੰਗ ਸਟਾਫ, ਸਾਡੇ ਕਾਉਂਸਲਰ ਮੈਮ ਪੂਜਾ जी, स्वरूप सिंह जी। अकाल नशा मुक्ति केंद्र में हम सबसे पहले केस हिस्ट्री लेते हैं, फिर उसके बाद मेंटल स्टेटस एग्जामिनेशन करते हैं, फिर हम साइकोथेरेपी स्टार्ट करते हैं जिसको हम काउंसलिंग भी कहते हैं। बहुत अन्य प्रकार की काउंसलिंग और साइकोथेरेपीज हम यूज़ करते हैं, जिसमें होती है एक मोटिवेशनल एनहांसमेंट थेरेपी, जो कम से कम हमें 15 से 20 सेशंस लग जाते हैं उनकी मोटिवेशन को इन्हांस करने में, जिसके उनके पॉजिटिव ग्रोथ हो और पॉजिटिव डेवलपमेंट हो। उसके बाद हम कॉग्निटिव बिहेवियर थेरेपी करते हैं, जिससे हम उनकी कॉग्निटिव डिस्टॉर्शंस या कॉग्निटिव थॉट्स को पॉजिटिव थॉट्स के साथ रिप्लेस करते हैं, ताकि उनका ध्यान नशा की तरफ से किसी और चीज़ में जाए। उसके लिए हम रिहैबिलिटेशन ट्रेनिंग देते हैं, वोकेशनल ट्रेनिंग देते हैं और ऑक्यूपेशनल थेरेपी देते हैं। ਇਹ ਸੈਂਟਰ ਬੜੇ ਪਾਪੂਲਰ ਹਨ ਤੇ ਸਾਡਾ ਚੀਮਾ ਸੈਂਟਰ ਪੰਜਾਬ ਵਿੱਚ ਸਭ ਤੋਂ ਵੱਡਾ ਸੈਂਟਰ ਹੈ, ਜਿਹੜਾ ਕਿ ਇੱਕ NGO ਔਰ ਪਿੰਡ ਵਿੱਚ ਮਤਲਬ ਪਿੰਡ ਵਿੱਚ ਹੈ। ਜਿਹੜਾ ਬੜੂ ਸਾਹਿਬ ਵਾਲਾ ਸੈਂਟਰ ਹੈ ਉਹਦੇ ਵਿੱਚ ਔਰਤਾਂ ਨੂੰ ਵੀ, ਔਰਤਾਂ ਜਿਹੜੀਆਂ ਹਨ ਉਹਨਾਂ ਦੀ ਵੀ ਦਾਖਲ ਕਰਾਉਣ ਦੀ ਸੁਵਿਧਾ ਸ਼ਾਮਿਲ ਹੈ। ਚੀਮਾ ਸਾਹਿਬ ਵਿੱਚ 30 ਬੈੱਡ ਹਨ ਤੇ ਬੜੂ ਸਾਹਿਬ ਵਿੱਚ ਇਸ ਵੇਲੇ 20 ਤਕਰੀਬਨ ਪੇਸ਼ੈਂਟਸ ਰੋਗੀ ਦਾਖਲ ਹਨ।
ਇਹ ਸੈਂਟਰ ਚੱਲਦੇ ਬੜੇ ਕਾਮਯਾਬੀ ਨਾਲ ਚਲਾਏ ਜਾ ਰਹੇ ਹਨ ਔਰ ਇਹਨਾਂ ਦੇ ਨਤੀਜੇ बहुत अच्छे हैं। मैं 7-8 साल से लगातार शराब पीता सी और उस शराब के कारण बहुत मेरे घर में प्रॉब्लम आती थी। फिर मुझे पता चला कि एक बड़ू शाह में अकाल नशा छुड़ाऊ केंद्र है। अब मैं नशा छुड़ाऊ केंद्र में बिल्कुल स्वस्थ हूँ। जी वाहिगुरू जी खालसा वाहिगुरू जी फतेह। इंसान इस धरती ते आया, गुरु नानक कहंदा पई प्रापत मनुख दे हुरिया गोबिंद मिलन के तेरी वरिया। ਇਹ ਤੈਨੂੰ ਮੌਕਾ ਮਿਲਿਆ ਆ ਵੀ ਤੂੰ ਪਰਮਾਤਮਾ ਨਾਲ ਮਿਲਣ ਦਾ। ਇਨਸਾਨ ਇਸ ਕਰਕੇ ਆਇਆ। ਇਨਸਾਨ ਇੱਥੇ ਆ ਕੇ ਦੋ ਚੀਜ਼ਾਂ ਨੇ, ਇੱਕ ਸੰਗਤ ਹੈ, ਕੁਸੰਗਤ। ਗੁੱਡ ਕੰਪਨੀ ਔਰ ਬੈਡ ਕੰਪਨੀ। ਜੇ ਉਹ ਬੈਡ ਕੰਪਨੀ 'ਚ ਪੈ ਜਾਏਗਾ, ਕੁਸੰਗਤ ਪੈ ਜਾਏਗਾ, ਉਹ ਫਿਰ ਆਪਣਾ ਜੀਵਨ ਨਸ਼ਿਆਂ 'ਚ ਪੈ ਜਾਏਗਾ, ਹੋਰ ਜੀਵਨ ਆਪਣਾ ਖਰਾਬ ਕਰ ਲਏਗਾ। ਫਿਰ ਜੇ ਚੰਗੀ ਕੰਪਨੀ ਪਏਗਾ ਤਾਂ ਉਹ ਆਪਣਾ ਜੀਵਨ ਅੱਛਾ ਕਰ ਲਏਗਾ। ਇਹਨੂੰ ਕਹਿੰਦੇ ਸੰਗਤ 'ਚ ਸੰਗਤ ਹਰ ਪਰ ਵਸੇ ਜੀਓ। ਤਾਂ ਕਹਿਣ ਦਾ ਭਾਵ ਆ ਕਿ ਜਿਹੜੇ ਬੱਚੇ ਇਹੋ ਜਿਹੇ ਕੁਸੰਗਤ 'ਚ ਪੈ ਕੇ ਆਪਣਾ ਜੀਵਨ ਖਰਾਬ ਕਰਕੇ ਨਸ਼ਿਆਂ 'ਚ ਪੈ ਗਏ, ਉਹ ਜਦੋਂ ਆਪਣੇ ਨਸ਼ੇ ਛੱਡਣਗੇ, ਛੱਡ ਕੇ ਪਰਮਾਤਮਾ ਵਾਲੇ ਪਾਸੇ ਲੱਗਣਗੇ, ਤਾਂ ਉਹ ਦੂਸਰਿਆਂ ਨੂੰ ਵੀ ਮੈਸੇਜ ਦੇਣਗੇ ਅਸੀਂ ਵੀ ਇਸ ਤਰ੍ਹਾਂ ਦਾ ਸੀ ਅਤੇ ਅਸੀਂ ਇਹ ਕਰਕੇ ਇਸ ਤਰ੍ਹਾਂ ਬਣਿਆ, ਹੁਣ ਇਹ ਚੰਗੇ ਇਨਸਾਨ ਬਣਿਆ ਔਰ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ। ਔਰ ਇਹ ਤੁਕ ਮਹਾਰਾਜ ਦੀ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੇ ਤੇਰੀ ਵਰੀਆ। ਇਹ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਅਸੀਂ, ਅਤੇ ਜੇ ਇਹੋ ਜਿਹੇ ਕੰਮਾਂ 'ਚ ਪੈ ਜਾਵਾਂਗੇ ਤਾਂ ਅਸੀਂ ਬਖਸ਼ਿਸ਼ ਨਹੀਂ ਲਾਂਗੇ। ਬਾਬਾ ਇਕਬਾਲ ਸਿੰਘ ਜੀ ਦਾ ਆਸ਼ੀਰਵਾਦ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਆ, ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਸਾਡੇ ਵਿੱਚ ਇੱਕ ਬਹੁਤ ਹੀ ਪੋਜ਼ਿਟਿਵਿਟੀ ਮਹਿਸੂਸ ਕਰਦੇ ਹਾਂ। ਅਸੀਂ ਇੱਕ ਐਨਰਜੀ ਰਹਿੰਦੀ ਹੈ ਸਾਡੇ ਵਿੱਚ। ਹਰ ਰੋਜ਼ ਸਾਨੂੰ ਗੁਰਦੁਆਰੇ ਲਿਜਾਇਆ ਜਾਂਦਾ ਆ। ਇੱਥੇ ਦਾ ਮਾਹੌਲ ਬਹੁਤ ਹੀ ਧਾਰਮਿਕ ਹੈ, ਧਰਮ ਨਾਲ ਜੁੜਿਆ ਜਾਂਦਾ। ਠੀਕ ਹੋਣ ਤੋਂ ਬਾਅਦ ਇਸ ਅਦਾਰੇ ਨੇ ਇੱਕ ਚੰਗਾ ਉਪਰਾਲਾ ਇਹ ਕੀਤਾ ਕਿ ਮੈਨੂੰ ਤੇ ਮੇਰੀ ਮੰਮੀ ਨੂੰ ਇੱਥੇ ਹੀ ਜੋਬ ਦਿੱਤੀ, ਤੇ ਮੇਰੇ ਵਰਗੇ ਹੋਰ ਕਈ ਨੌਜਵਾਨ ਇੱਥੇ ਜੋਬ ਕਰ ਰਹੇ ਨੇ ਤੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ। ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਮੈਂ ਹੋਰਨਾਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਇੱਥੇ ਜ਼ਰੂਰ ਆਓ, ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਮੋੜ ਆਵੇਗਾ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ ਦੇ ਵਿੱਚ। ਦੋਸਤੋ, ਤੁਸੀਂ ਹੁਣ ਇੱਕ ਡਾਕੂਮੈਂਟਰੀ ਦੇਖੀ ਹੈ, ਤੁਸੀਂ ਸਾਰਾ ਵਿਸਥਾਰ ਦੇ ਨਾਲ ਤੁਸੀਂ ਦੇਖਿਆ ਕਿ ਉੱਥੇ ਕਿਸ ਤਰ੍ਹਾਂ ਅਸੂਲ ਹੈ, ਕਿਸ ਤਰ੍ਹਾਂ ਡਿਸਿਪਲਿਨ ਹੈਗਾ, ਕੀ ਅਪਰੋਚ ਹੈ, ਕੀ ਉੱਥੇ ਇੰਤਜ਼ਾਮ ਕੀਤੇ ਗਏ ਨੇ। ਤੇ ਮੈਨੂੰ ਇਹ ਸਾਰਾ ਕੁਝ ਦੇਖ ਕੇ ਇੱਕ ਕਹਾਵਤ ਯਾਦ ਆ ਜਾਂਦੀ ਹੈ। ਉਹ ਕਹਿੰਦੇ ਆ ਕਿ ਇਫ ਯੂ ਵਾਂਟ ਟੂ ਚੇਂਜ ਯੂਰ ਲਾਈਫ ਦੈਨ ਚੇਂਜ ਯੂਰ ਰੂਟੀਨ। ਸੋ ਇੱਥੇ ਦੀ ਜੋ ਰੂਟੀਨ ਹੈ ਉਹ ਮੈਨੂੰ ਇੱਕ ਥੋੜੀ ਯੂਨੀਕ ਲੱਗੀ ਹੈ। ਮੈਨੂੰ ਨਹੀਂ ਲੱਗਦਾ ਕਿ ਹੋਰ ਜਿਹੜੇ ਸੈਂਟਰ ਹੈਗੇ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਜਿਹੜੀ ਕਹਿ ਲਓ ਵੀ ਰੂਟੀਨ ਹੈਗੀ ਹੈ। ਅਟਵਾਲ ਜੀ, ਇਹ ਜੋ ਰੂਟੀਨ ਬਣਾਈ ਹੈ, ਇਹ ਇੱਕ ਸਪੈਸ਼ਲਾਈਜ਼ਡ ਕਸਟਮਾਈਜ਼ਡ ਪ੍ਰੋਗਰਾਮ ਤੁਸੀਂ ਬਣਾਇਆ ਹੈਗਾ ਇਹਨਾਂ ਦੇ ਲਈ। ਕੀ ਸੋਚ ਕੇ ਤੁਸੀਂ ਇਹ ਸਾਰੀ ਅਪਰੋਚ ਕੀਤੀ ਹੈ? ਕਿਉਂਕਿ ਬਾਕੀ ਸੈਂਟਰ ਜਿਹੜੇ ਹੈ, ਜਿਸ ਤਰ੍ਹਾਂ ਉਹ ਆਪ ਵੀ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਟਰੀਟ ਕੀਤਾ ਜਾਂਦਾ ਇਨਸਾਨ ਨੂੰ, ਇਨਸਾਨ ਦੀ ਤਰ੍ਹਾਂ ਨਹੀਂ ਟਰੀਟ ਕੀਤਾ ਜਾਂਦਾ ਹੈ ਨਾ ਜੀ, ਉਹ ਡਿਫਰੈਂਟਲੀ ਨੈਗੇਟਿਵਲੀ ਕਹਿ ਲਓ ਟਰੀਟ ਕੀਤਾ ਜਾਂਦਾ। ਤੁਸੀਂ ਕੀ ਕਹਿਣਾ ਚਾਹੋਗੇ? ਕਿਆ ਸੀਗੇ ਤੁਹਾਡੇ ਸੰਸਥਾ ਦੇ ਆਰਗੇਨਾਈਜੇਸ਼ਨ ਦੇ ਦਿਲ ਦੇ ਵਿੱਚ ਕਿ ਅਸੀਂ ਇਹ ਕਿੱਦਾਂ ਟਰੀਟ ਕਰਨਾ ਇਹਨਾਂ ਨੂੰ, ਹੈ ਨਾ ਜੀ? ਕਿਉਂਕਿ ਰਿਜ਼ਲਟ ਬੜੇ ਵਧੀਆ ਉਹਦੇ ਜੋ ਹੈ ਦੇਖਣ ਨੂੰ ਮਿਲ ਰਹੇ ਨੇ। ਸੋਚ ਤੇ ਇਹਦੇ ਵਿੱਚ ਕੋਈ ਸਾਡੀ ਨਵੀਂ ਸੋਚ ਨਹੀਂ, ਜੋ ਗੁਰਮਤਿ ਦੀ ਸੋਚ ਹੈ ਉਹਦੇ ਬੇਸ ਤੇ ਸੰਤ ਅਤਰ ਸਿੰਘ ਜੀ ਮਹਾਰਾਜ, ਸੰਤ ਤੇਜਾ ਸਿੰਘ ਜੀ ਤੇ ਹੁਣ ਬਾਬਾ ਇਕਬਾਲ ਸਿੰਘ ਜੀ, ਜੋ ਉਹਨਾਂ ਦੀ ਸੋਚ ਹੈ ਜੀ, ਸੋਚ ਤੇ ਉਹੀ ਹੈ ਕਿ ਮਿਲ ਸਤ ਸੰਗਤ ਖੋਜ ਦਿਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ ਜੀ। ਜੇ ਤੁਸੀਂ ਇਸ ਤਰ੍ਹਾਂ ਦੀ ਸੰਗਤ ਪੈਦਾ ਕਰ ਦੋ ਕਿ ਜਿਹਦੇ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ, ਦੇਖੋ ਇਹ ਕਿੱਡਾ ਬੜਾ ਸਮਾਜ ਦੇ ਉੱਤੇ ਬੋਝ ਬਣ ਜਾਂਦੇ ਨੇ। ਇੱਕ ਆਪਣੀ ਸਾਰੀ ਜਾਇਦਾਦ ਤੁਸੀਂ ਖਤਮ ਕਰਕੇ ਇੱਕਦਮ ਤੁਸੀਂ ਫਿਰ ਸੁਸਾਇਟੀ ਤੇ ਡਿਪੈਂਡੈਂਟ ਹੋ ਜਾਂਦੇ ਹੋ ਜੀ। ਬਿਲਕੁਲ, ਉਹਨਾਂ ਦੇ ਵਿੱਚੋਂ ਕੁਛ ਤਾਂ ਚਲੋ ਸੰਭਲ ਕੇ ਇਹਦੇ ਚ ਉੱਪਰ ਸਕਦੇ ਨੇ, ਜੋਬ ਮਿਲ ਗਿਆ ਉਹਨਾਂ ਦਾ, ਚਲੋ ਹੁਣ ਤੁਸੀਂ ਕਿੰਨਿਆਂ ਨੂੰ ਜੋਬ ਦੇ ਸਕਦੇ ਹੋ ਉੱਥੇ ਜੀ। ਸੋ ਮੁੜ ਕੇ ਗੱਲ ਉੱਥੇ ਆ ਜਾਂਦੀ ਹੈ ਕਿ ਜਿਹੜੀ ਇਹੋ ਐਜੂਕੇਸ਼ਨ ਹੈ ਨਾ, ਕਿ ਸਿੱਖ ਦੀ ਤਾਂ ਡੈਫੀਨੇਸ਼ਨ ਹੈ ਕਿ ਸਿੱਖ ਇਜ਼ ਆਲਵੇਜ਼ ਲਰਨਿੰਗ।
ਸਮਝ ਕੇ ਫਿਰ ਉਹਨੂੰ ਬ੍ਰੇਕ ਡਾਊਨ ਕਰਨਾ ਬਹੁਤ ਜ਼ਰੂਰੀ ਹੈ ਕਿ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਉਹਨੂੰ ਬ੍ਰੇਕ ਡਾਊਨ ਕਰਕੇ ਉਹਦਾ ਇਲਾਜ ਲੱਭਿਆ ਜਾਵੇ। ਜੀ। ਹੁਣ ਸਾਡਾ ਰੀਬੂਟ ਪੰਜਾਬ ਦੇ ਅੱਗੇ ਵਿੱਚ ਸੰਗਤਾਂ ਦੇ ਅੱਗੇ ਇਹੀ ਅਪੀਲ ਹੈ ਕਿ ਪ੍ਰੋਬਲਮ ਬਹੁਤ ਵੱਡੀ ਹੈ, ਇਹਦਾ ਹੱਲ ਪੂਰਾ ਕੀਦੇ ਮੰਨਦੇ ਹੋ। ਜੀ। ਉਹਦੇ ਪਿੱਛੇ ਤਾਂ ਫਿਰ ਤੁਸੀਂ ਦੇਖੋ ਬਹੁਤ ਹੀ ਵੱਡੀ, ਹੁਣ ਤੁਸੀਂ ਦੇਖੋ ਸਾਡੇ ਕੋਲ ਕਿੰਨੇ ਹੋਰ ਸਾਇੰਸਿਸ ਤੇ ਐਜੂਕੇਸ਼ਨ 'ਚ ਦੇਖੋ ਕਿੰਨੇ ਇੰਸਟੀਚਿਊਟ ਨੇ ਸਾਡੇ, ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ, ਇੰਸਟੀਚਿਊਟ ਆਫ ਅਕਾਊਂਟੈਂਟਸ, ਲਾਇਰਸ, ਹੋਰ ਕਿੰਨੇ, ਅਕਾਲ ਤਖਤ ਸਾਹਿਬ। ਜੀ। ਉਹ ਅਕਾਲ ਤਖਤ ਸਾਹਿਬ ਦਾ ਰੋਲ ਹੈ ਇਸ ਵੇਲੇ, ਉੱਥੇ ਤਾਂ 10 ਮਲਟੀ ਸਟੋਰੀ ਬਿਲਡਿੰਗਾਂ ਹੋਣੀਆਂ ਚਾਹੀਦੀਆਂ, ਐਡੀ ਬੜੀ ਇੰਸਟੀਟਿਊਸ਼ਨ ਬਣ ਜਾਣੀ ਚਾਹੀਦੀ ਹੈ ਕਿ ਆਪਣੇ ਤੇ ਜੋ ਵੀ ਜੰਗ ਹੈ ਰੀਬੂਟ ਪੰਜਾਬ ਦੀ, ਇਹਦੇ ਵਿੱਚ ਬਿਲਕੁਲ ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰਤਲੀ ਗਲੀ ਮੇਰੀ ਆਓ, ਇਹ ਜਿਹੜੀ ਪ੍ਰੇਮ ਦੀ ਗੇਮ ਹੈ, ਬਾਹਰ ਬੈਠੋਗੇ ਜੀ ਉਹ ਇਹ ਮਾਇਆ ਦੀ ਪਕੜ ਦੇ ਵਿੱਚੋਂ ਨਿਕਲਣ ਦਾ ਤਰੀਕਾ ਵੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਵਧੀਆ ਦੱਸਿਆ ਕਿ ਭਾਈ ਸੱਚਾ ਸੌਦਾ ਕਰੋ, ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਇੱਕ ਜੇ ਤੁਸੀਂ ਤੁਹਾਡੀ ਮਾਇਆ ਦੀ ਪਕੜ ਤੁਹਾਡੀ, ਜੇ ਤੁਸੀਂ ਦਸਵੰਧ ਨਹੀਂ ਦੇ ਸਕਦੇ ਤਾਂ ਇਹਦਾ ਮਤਲਬ ਤੁਸੀਂ ਮਾਇਆ ਦੀ ਪਕੜ 'ਚ ਬਿਲਕੁਲ ਜਕੜੇ ਹੋਏ ਹੋ। ਜੀ। ਜੀ। ਸੋ ਰੀਬੂਟ ਪੰਜਾਬ ਦੇ ਵਿੱਚ ਜਿੰਨੇ ਵੀ ਸਰੋਤੇ ਸੰਗਤ, ਟੈਲੀਵਿਜ਼ਨ ਦੇ ਜੋ ਵੀ ਦਰਸ਼ਕ ਨੇ, ਉਹਨਾਂ ਦੇ ਅੱਗੇ ਇਹੋ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜਾ ਦਸਵੰਧ ਜ਼ਰੂਰ ਆਪਣਾ ਅਲੱਗ ਰੱਖੋ ਜੀ। ਤੇ ਇਹ ਦਸਵੰਧ ਆਪਣਾ ਕਹਿੰਦੇ ਨਾ ਤਨ ਮਨ ਧਨ, ਸੋ ਤਨ ਕਰਕੇ ਦਸਵੰਧ ਆਪਣਾ ਸੇਵਾ, ਜੋ ਵੀ ਤਨ ਕਰਕੇ ਸੇਵਾ, ਤੁਸੀਂ ਗੁਰੂ ਘਰਾਂ ਦੇ ਵਿੱਚ ਕਿੱਡੀ ਬੜੀ ਲੰਗਰਾਂ ਦੀਆਂ ਸੇਵਾ ਚੱਲ ਰਹੀਆਂ, ਸਫਾਈ ਦੀਆਂ ਸੇਵਾ ਚੱਲ ਰਹੀਆਂ, ਬਹੁਤ ਸੇਵਾ ਜਿਹੜੀਆਂ ਅਸੀਂ ਤਨ ਕਰਕੇ ਕਰ ਸਕਦੇ ਹਾਂ। ਜੀ। ਮਨ ਕਰਕੇ ਨਿਤਨੇਮ ਬਹੁਤ ਜ਼ਰੂਰੀ ਹੈ, ਉਹ ਸਾਨੂੰ ਨਿਤਨੇਮ ਹਰ ਰੋਜ਼ ਜ਼ਰੂਰ ਕਰਨਾ ਚਾਹੀਦਾ। ਭਾਵੇਂ ਅਸੀਂ ਮੂਲ ਮੰਤਰ ਤੋਂ ਸ਼ੁਰੂ ਕਰੀਏ, ਹੌਲੀ ਹੌਲੀ 5 ਬਾਣੀਆਂ ਤੱਕ ਜੋ ਵੀ ਪੰਥ ਨੇ ਪ੍ਰਵਾਨਿਤ ਹੈ, ਰਹਿਤ ਮਰਿਆਦਾ, ਉੱਥੇ ਤੱਕ ਅਸੀਂ ਪਹੁੰਚੀਏ। ਉਹ ਤੋਂ ਅੱਗੇ ਤੁਹਾਡਾ ਆਪਣਾ ਸਫ਼ਰ ਹੈ, ਗੁਰੂ ਹੱਥ ਫੜ ਕੇ ਤੁਹਾਨੂੰ ਜਿੱਥੇ ਤੱਕ ਲੈ ਜਾਏ ਉਹ ਤੁਹਾਡੇ ਆਪਣੇ ਕਰਮ ਹੈ। ਧੰਨ ਕਰਕੇ 10% ਦਾ ਦਸਵੰਧ ਸਾਨੂੰ ਜ਼ਰੂਰ ਕੱਢ ਕੇ ਉਹਨੂੰ ਸਹੀ ਤਰੀਕੇ ਤੇ ਲਾਈਏ, ਤੇ ਨਾਲ ਅਸੀਂ ਲਾਈਏ ਉੱਥੇ ਜਿੱਥੇ ਅਸੀਂ ਆਪ ਉਹਦਾ ਰਿਜ਼ਲਟ ਦੇਖ ਸਕੀਏ ਕਿ ਹਾਂ ਵਾਕਿਆ ਸਹੀ ਪਾਸੇ ਜਾ ਰਿਹਾ। ਜੀ ਬਿਲਕੁਲ ਜੀ, ਬਿਲਕੁਲ ਸਹੀ। ਤੇ ਇੱਕ ਚੀਜ਼ ਦੇਖ ਰਹੇ ਸੀਗੇ ਕਿ ਜਿਸ ਤਰ੍ਹਾਂ ਅਸੀਂ ਕਹਿ ਰਹੇ ਕਿ 8000 ਜਿਹੜੇ ਕਹਿ ਲਓ ਪੁਰਾਣੀ ਆਪਣਾ ਜੀਵਨ ਦੇ ਵਿੱਚ ਵਾਪਸੀ ਕਰ ਚੁੱਕੇ ਨੇ, ਤੇ ਜਿਹੜੀਆਂ ਅਸੀਂ ਰੋਜ਼ ਖਬਰਾਂ ਪੜ੍ਹਦੇ ਹਾਂ ਜੀ ਅਖਬਾਰਾਂ ਦੇ ਵਿੱਚ ਕਿ ਮਾਵਾਂ ਦੇ ਪੁੱਤ ਜੋ ਹੈਗੇ ਨੇ ਉਹ ਨਸ਼ਿਆਂ ਦੇ ਕਰਕੇ ਜੋ ਕਹਿ ਲਏ ਵੀ ਮੌਤ ਦੇ ਘਾਟ ਉਤਰ ਜਾਂਦੇ ਨੇ, ਮੈਨੂੰ ਲੱਗਦਾ ਕਿ ਇਹ ਇੱਕ ਬੜੀ ਵੱਡੀ ਹੋਪ, ਬੜੀ ਵੱਡੀ ਇੱਕ ਉਮੀਦ ਕਹਿ ਲਓ ਵੀ ਉਹਨਾਂ ਪਰਿਵਾਰਾਂ ਦੇ ਲਈ ਵੀ ਹੋਏਗੀ ਸਾਡਾ ਸ਼ਾਇਦ ਐਪੀਸੋਡ ਦੇਖਣ ਤੋਂ ਬਾਅਦ, ਕਿ ਜ਼ਰੂਰੀ ਨਹੀਂ ਕਿ ਜੇਕਰ ਕੋਈ ਇਨਸਾਨ ਇੱਧਰ ਨੂੰ ਮੋੜ ਕੱਟ ਗਿਆ ਹੈ ਤੇ ਉਹਦਾ ਅੰਤ ਹੁਣ ਜ਼ਿੰਦਗੀ ਦਾ ਅੰਤ ਹੀ ਹੋਏਗਾ। ਇਸ ਤਰ੍ਹਾਂ ਵੀ ਰਿਕਵਰੀ ਜਿਹੜੀ ਹੈ ਪੋਸੀਬਲ ਹੈ। ਬੜੀ ਵੱਡੀ ਇੱਕ ਉਮੀਦ ਹੈ ਜਿਹਦੋਂ ਕਿ ਮੈਂ ਵੀ ਅਨਅਵੇਅਰ ਸੀ ਕਿ ਇੰਨੇ ਬੰਦੇ ਠੀਕ ਵੀ ਹੋ ਚੁੱਕੇ ਨੇ, ਕਿਉਂਕਿ ਕਈ ਵਾਰ ਅਸੀਂ ਨੈਗੇਟਿਵ ਸਾਈਡ ਹੀ ਦੇਖੀ ਜਾਂਦੇ ਹਾਂ ਤਾਂ ਰਿਕਵਰੀ ਵਾਲੀ ਪੋਜ਼ਿਟਿਵ ਸਾਈਡ ਅਸੀਂ ਨਹੀਂ ਦੇਖਦੇ, ਹੈ ਨਾ ਜੀ। ਇਹ ਬੜੀ ਵੱਡੀ ਗੱਲ ਹੈ। ਰਿਕਵਰੀ ਤੇ ਹੈ, ਪਰ ਮੈਂ ਉਹ ਕਹਿਣ ਦਾ ਮਤਲਬ ਸੀ ਕਿ ਇਹਦੇ ਜਿਹੜਾ ਰਿਸੋਰਸ ਤੁਹਾਡਾ ਜਿਹੜਾ ਕਿ ਤੁਸੀਂ 1000 ਰੁਪਏ ਦੇ ਨਾਲ ਕੰਮ ਹੋ ਸਕਦਾ ਉਹ ਫਿਰ ਲੱਖਾਂ ਦੇ ਵਿੱਚ ਪੈਂਦਾ ਤੁਹਾਨੂੰ, ਹਨਾ ਜੀ ਬਿਲਕੁਲ। ਕਰੋੜਾਂ ਤੋਂ ਪਹਿਲਾਂ ਹੀ ਖਤਮ ਕਰਿਆ ਆਪਣੇ, ਜੀ ਜੀ ਕਰੋੜਾਂ ਹੀ ਖਤਮ ਕਰਕੇ ਆ ਕੇ ਫਿਰ ਤੁਸੀਂ ਉਹਦੇ ਤੇ ਜਿਹੜਾ ਟ੍ਰੀਟਮੈਂਟ ਤੇ ਲੱਖਾਂ ਹੋਰ ਖਰਚ ਹੁੰਦੇ ਨੇ। ਬਿਲਕੁਲ ਜੀ। ਜਦ ਤੱਕ ਇਹੀ ਬੇਨਤੀ ਹੈ ਕਿ ਪ੍ਰੋਬਲਮ ਬਹੁਤ ਵੱਡੀ ਹੈ, ਸੰਸਥਾ ਪ੍ਰੈਕਟੀਕਲ ਸੋਲੂਸ਼ਨ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ। ਪੰਜਾਬ ਨੂੰ ਬਚਾਉਣ ਦਾ ਇੱਕੋ ਇੱਕ ਸੋਲੂਸ਼ਨ ਹੈ ਕਿ ਇਸੀ ਪੈਟਰਨ ਦੇ ਉੱਤੇ ਕਲਗੀਧਰ ਟਰੱਸਟ, ਅਕਾਲ ਅਕੈਡਮੀਜ਼ ਦੇ ਪੈਟਰਨ ਦੇ ਉੱਤੇ 500 ਸਕੂਲ ਦੇ ਨਾਲ ਸਾਰੇ ਪਿੰਡ ਪੰਜਾਬ ਦੇ ਕਵਰ ਹੋ ਜਾਣਗੇ। 13000 ਪਿੰਡ ਨੇ ਇਸ ਵੇਲੇ, 130 ਅਕੈਡਮੀਆਂ ਜਿਹੜੀਆਂ ਨੀਅਰਲੀ 6500 ਪਿੰਡ ਕਵਰ ਕਰ ਰਹੀਆਂ ਨੇ ਉਹ ਜੀ। ਉਹ ਇਸ ਤਰ੍ਹਾਂ ਕਰ ਰਹੀਆਂ ਕਿ 50-50 ਕਿਲੋਮੀਟਰ ਤੋਂ ਬੱਚੇ ਆਉਂਦੇ ਨੇ, ਬਹੁਤ ਜ਼ਿਆਦਾ ਟਰਾਂਸਪੋਰਟ ਦਾ ਖਰਚਾ ਹੈ, ਟਾਈਮ ਵੇਸਟ ਬਹੁਤ ਕੁਛ ਹੈ, ਹਨਾ। ਜੀ ਜੀ ਜੀ। ਤੋ ਇਹੋ ਹੀ ਜੇ 500 ਅਕੈਡਮੀਆਂ ਹਰ ਬਲਾਕ ਦੇ ਵਿੱਚ ਅਕੈਡਮੀ ਹੋ ਜਾਏਗੀ ਤੇ ਬੱਚਿਆਂ ਦਾ ਮਤਲਬ ਕਿ ਪੂਰਾ ਜਿਹੜਾ ਰੁਖ ਹੀ ਚੇਂਜ ਹੋ ਜਾਏਗਾ, ਪੂਰੀ ਸੋਚ ਬਦਲ ਜਾਏਗੀ। ਤੇ ਉਸ ਤੋਂ ਲੋੜ ਵੀ ਹੈ ਇਸ ਵੇਲੇ, ਉਹ ਤੋਂ ਇਲਾਵਾ ਹੱਲ ਹੋਰ ਕੋਈ ਨਹੀਂ। ਤਾਂ ਸਭ ਤੋਂ ਵੱਡੀ ਜਿਹੜਾ ਸੰਕਟ ਹੈ ਲੀਡਰਸ਼ਿਪ ਦਾ ਹੈ, ਗਵਰਨੈਂਸ ਦਾ ਹੈ। ਗਵਰਨਮੈਂਟ ਨਹੀਂ ਚਾਹੁੰਦੀ ਕਿ ਪੰਜਾਬ ਤਰੱਕੀ ਕਰੇ ਜੀ। ਤੋ ਉਹਦਾ ਹੱਲ ਫਿਰ ਇਹੋ ਹੀ ਰਹਿ ਜਾਂਦਾ ਹੈ ਕਿ ਅਸੀਂ ਦੇਖੋ ਜਿਹੜੇ ਸਕੂਲਾਂ ਦੇ ਟੀਚਰ ਨੇ ਤਨਖਾਹਾਂ, ਉਹਨਾਂ ਦੀਆਂ ਬਿਲਡਿੰਗਾਂ ਦੇ ਖਰਚੇ, ਓਵਰਹੈਡਸ ਤੇ ਕੱਟਣੇ ਨਹੀਂ ਹੈਗੇ। ਹਾਂਜੀ। ਐਜੂਕੇਸ਼ਨ ਦੀ ਜਿਹੜੀ ਬੇਸਿਕ ਕਾਸਟ ਹੈ ਉਹ ਤਾਂ ਉੱਥੇ ਰਹਿਣੀ ਹੈ। ਜਿਹੜੇ ਬੱਚੇ ਆਉਣਾ ਚਾਹੁੰਦੇ ਨੇ ਅਕਾਲ ਅਕੈਡਮੀ ਵਿੱਚ ਪਰ ਫੀਸ ਨਹੀਂ ਦੇ ਸਕਦੇ, ਉਹਨਾਂ ਦਾ ਇਲਾਜ ਇੱਕੋ ਹੀ ਹੈ ਕਿ ਅਸੀਂ ਇੱਕ ਬੱਚੇ ਨੂੰ ਸਪਾਂਸਰ ਕਰੀਏ। ਜੀ ਬਿਲਕੁਲ। ਸਪਾਂਸਰਸ਼ਿਪ ਵਿੱਚ ਵੀ ਅਸੀਂ ਤੇ ਤੁਹਾਨੂੰ ਦੱਸ ਰਹੇ ਹਾਂ ਕਿ 30 ਪਾਉਂਡ ਮਹੀਨੇ ਦਾ ਖਰਚਾ ਹੈ।
ਜੀ ਪਰ ਉਹਦੇ ਦੇ ਵਿੱਚ ਵੀ ਜਿਹੜੀ ਚੋਰ ਮੰਡਲੀ ਹੈ ਉਹ ਕੋਈ 5 ਪਾਉਂਡ ਨੂੰ ਕਹੀ ਜਾਂਦਾ, ਕੋਈ 7 ਨੂੰ ਕਹੀ ਜਾਂਦਾ, ਕੋਈ 10 ਨੂੰ ਕਹੀ ਜਾਂਦਾ। ਹਾਂਜੀ 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 ਤੁਸੀਂ ਆਪ ਹੀ ਸੋਚੋ ਕਿ ਇੱਥੇ ਤੁਸੀਂ ਇੱਕ ਬੱਚੇ ਤੇ 15 ਹਜ਼ਾਰ ਪਾਉਂਡ ਸਾਲ ਦਾ ਖਰਚਦੇ ਹੋ ਪੜ੍ਹਾਈ ਤੇ, ਹਨਾ। ਜੀ 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 ਤੇ ਉੱਥੇ ਅਸੀਂ 30 ਪਾਉਂਡ ਮਹੀਨੇ ਦੇ ਦੇਣ ਬਦਲੇ ਅਸੀਂ ਇਹ ਨਾ ਸੋਚੀਏ ਕਿ ਅਸੀਂ ਪੂਰਾ ਸਿਸਟਮ ਹੀ ਚੇਂਜ ਕਰ ਦੇਈਏ ਜੀ, ਇਹ ਪੂਰਾ ਨਹੀਂ ਜੀ, ਤੁਸੀਂ 15 ਚ ਪੜ੍ਹਾ ਦਿਓ, ਹਨਾ। ਜੇ ਤੁਸੀਂ ਰਿਜ਼ਲਟ ਦੇਖਣਾ ਚਾਹੁੰਦੇ ਹੋ ਤਾਂ ਅਸੀਂ ਉਹਨਾਂ ਦਾ ਜਿਹੜਾ ਸਿਸਟਮ ਆਲਰੇਡੀ ਸੈਟਅਪ ਹੈ, ਚੈਰਿਟੀ ਹੈ, ਬਿਜ਼ਨਸ ਨਹੀਂ ਹੈ। ਪਿੰਡਾਂ ਦੇ ਵਿੱਚ ਜਾ ਕੇ ਸਕੂਲ ਖੋਲ ਰਿਹਾ, ਪਿੰਡਾਂ ਦੇ ਵਿੱਚ ਜਾ ਕੇ ਟੀਚਰ ਲਿਜਾਣੇ ਬੜੇ ਹੀ ਔਖੇ ਨੇ, ਤੇ ਜੋ ਵੀ ਉਹਨਾਂ ਦਾ ਸਿਸਟਮ ਹੈ ਉਹਨੂੰ ਅਸੀਂ ਉਹਨੂੰ ਚੜਾ ਕੇ ਨਾਲ ਪਾਰਟਿਸਿਪੇਟ ਕਰੀਏ ਕਿ ਇੱਕ ਬੱਚੇ ਦੀ ਅਸੀਂ ਸਪਾਂਸਰਸ਼ਿਪ ਜ਼ਰੂਰ ਲਈਏ ਜੀ। ਐਡਿਕਸ਼ਨ ਸੈਂਟਰਾਂ ਦੇ ਬਹੁਤ ਖਰਚੇ ਨੇ ਜੀ, ਸਾਡੇ ਹਰ ਇੱਕ ਪਰਿਵਾਰ ਦੇ ਘਰਾਂ ਦੇ ਵਿੱਚੋਂ ਸਾਡੇ ਡਰੱਗ ਡੀ ਐਡਿਕਟ ਕੇਸਿਸ ਨੇ। ਹੁਣ ਜਿੰਨੇ ਮੈਨੂੰ ਫੋਨ ਕਾਲ ਆਏ ਉਹਨੇ ਬਹੁਤ ਦੱਸਿਆ ਕਿ ਤੁਸੀਂ ਜੋ ਦੱਸ ਰਹੇ ਨਾਲ ਬਹੁਤ ਜ਼ਿਆਦਾ ਹੈ ਪ੍ਰੋਬਲਮ। ਜੀ 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 ਬਿਲਕੁਲ, ਉਹਨਾਂ ਦੀ ਹੈਲਪ ਕਰੀਏ। ਹੁਣ ਸਾਡੇ ਇੰਗਲੈਂਡ ਚੋਂ ਅਸੀਂ ਕੇਸਿਸ ਜਿਹੜੇ ਭੇਜੇ ਨੇ ਉੱਥੇ ਬੜੂ ਸਾਹਿਬ ਉਹ ਠੀਕ ਹੋ ਕੇ ਅੱਜ ਕੱਲ ਪੂਰੀ ਐਨ ਚੜ੍ਹਦੀ ਕਲਾ ਚ ਨੇ, ਅੰਮ੍ਰਿਤ ਛਕੇ ਨੇ, ਸਾਰਾ ਬਿਲਕੁਲ ਰੂਟੀਨ ਠੀਕ ਹੋ ਗਿਆ। ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਹੈ। ਸੋ ਸਾਡੇ ਕੋਲ ਇਹ ਨਹੀਂ ਕਿ ਸਾਡੇ ਕੋਲ ਸਪਾਂਸਰਸ਼ਿਪ ਵੀ ਸੰਗਤਾਂ ਸਾਡੀਆਂ ਸਾਥ ਦੇ ਰਹੀਆਂ, ਪਰ ਜਿਹੜੇ ਬੱਚੇ ਨਹੀਂ ਫੀਸ ਦੇ ਸਕਦੇ ਉਹ ਕੋਲਾਂ ਵੀ ਸਾਡੇ ਕੋਲ ਆਉਂਦੀਆਂ ਵੀ ਇਹ ਪਰਿਵਾਰ ਦੇ ਵਿੱਚ ਡੈਥ ਹੋ ਗਈ, ਇਹਨਾਂ ਦਾ 200 ਖਤਮ ਹੋ ਗਿਆ, 2 ਬੱਚੇ ਨੇ, ਇਹਨਾਂ ਨੂੰ ਅਕਾਲ ਅਕੈਡਮੀ ਚ ਅਸੀਂ ਉਹਨਾਂ ਦੀ ਵੀ ਗੱਲ ਸੁਣੀ ਦੀ, ਉਹ ਵੀ ਕਰੀਦਾ। ਠੀਕ ਹੈ ਜੀ। ਉਹ ਇਹ ਇੱਕ ਬਹੁਤ ਹੀ ਵਧੀਆ ਸਾਡਾ ਉਪਰਾਲਾ ਹੈ ਤੇ ਅਸੀਂ ਤੇ ਇਹਦੇ ਵਿੱਚੋਂ ਜਿੰਨਾ ਵੀ ਅਸੀਂ ਕੰਮ ਕਰ ਰਹੇ ਹਾਂ ਸਾਰਾ ਨਿਸ਼ਕਾਮ ਹੈ, ਅਸੀਂ ਕੁਝ ਨਹੀਂ ਕਰ ਰਹੇ, ਇਹਦੇ ਵਿੱਚ ਸਾਡਾ ਕੋਈ ਹੋਰ ਇੰਟਰਸਟ ਨਹੀਂ ਕਿ ਇੱਕ ਪੰਥ ਦਾ ਧਰਮ ਹੈ ਕਿ ਸੰਗਤ ਅੱਗੇ ਬੇਨਤੀ ਹੈ ਕਿ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ। ਤੇ ਅਸੀਂ ਮੀਡੀਆ ਤੇ ਵੀ ਹਮੇਸ਼ਾ ਅਪੀਲ ਕਰਦੇ ਹਾਂ ਕਿ ਸੰਗਤ ਟੀਵੀ ਦੇ ਥਰੂ ਅਸੀਂ ਜਿਹੜਾ ਹੈ ਇੱਕ ਚੈਰਿਟੀ ਚੈਨਲ ਹੈ ਉਹ ਵੀ ਉਹਦੇ ਥਰੂ ਇਹ ਤੁਹਾਡੇ ਜੋ ਮੈਸੇਜ ਆ ਰਿਹਾ ਉਹਦੇ ਚ ਵੀ ਅਸੀਂ ਜਿੱਥੇ ਆਪਣੇ ਦਸਵੰਧ ਵਿੱਚੋਂ 5 ਪਾਉਂਡ ਮਹੀਨੇ ਦੇ ਕੁਝ ਨਹੀਂ ਹੁੰਦਾ ਜੀ, ਦਸਵੰਧ ਤੁਸੀਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਦੇਵੋ, ਅਸੀਂ ਤੁਹਾਨੂੰ ਰეკਮੈਂਡ ਕਰਦੇ ਹਾਂ ਜੀ। ਟਰਸਟ ਇਸ ਵੇਲੇ ਪੰਜਾਬ ਨੂੰ ਬਚਾਉਣ ਦੇ ਬਿਲਕੁਲ ਪੂਰੇ ਰਾਹ ਤੇ ਹੈ, ਉਹਨਾਂ ਦਾ ਡਟ ਕੇ ਅਸੀਂ ਹੈਲਪ ਕਰੀਏ, ਇੱਕ ਬੱਚਾ ਜ਼ਰੂਰ ਸਪਾਂਸਰ ਕਰੀਏ। ਤੇ ਬਾਕੀ ਬੱਚੇ ਦੀ ਈਮੇਲ ਤੁਹਾਨੂੰ ਆਏਗੀ, ਬੱਚੇ ਦਾ ਪਿੰਡ, ਟੈਲੀਫੋਨ ਕੰਟੈਕਟ ਸਾਰਾ ਕੁਝ, ਕਦੀ ਵੀ ਪੰਜਾਬ ਜਾਓ ਬੱਚੇ ਦੇ ਪਰਿਵਾਰ ਨੂੰ ਮਿਲੋ। ਇਹਦੇ ਨਾਲੋਂ ਜ਼ਿਆਦਾ ਟ੍ਰਾਂਸਪੇਰੈਂਸੀ ਅਸੀਂ ਹੋਰ ਕੀ ਦੇ ਸਕਦੇ ਹਾਂ ਜੀ। ਬਿਲਕੁਲ ਠੀਕ। ਜਦੋਂ ਬੱਚੇ ਦਾ ਤੁਹਾਡੀ ਆਪ ਈਮੇਲ ਆਉਂਦੀ ਹੈ, ਉਹ ਤੁਹਾਡੇ ਨਾਲ ਕਮਿਊਨੀਕੇਟ ਕਰਦਾ, ਉਹਨਾਂ ਦੀ ਪ੍ਰੋਗਰੈਸ ਰਿਪੋਰਟ ਤੁਹਾਡੇ ਤੱਕ ਆਉਂਦੀ ਆ ਜੀ। ਉਹ ਅਸੀਂ ਤੇ ਹਰ ਪਾਸਿਓਂ ਇਸ ਚੀਜ਼ ਨੂੰ ਮਤਲਬ ਕੋਈ ਗੁੰਜਾਇਸ਼ ਛੱਡੀ ਨਹੀਂ ਕਿ ਕੋਈ ਸਾਡੇ ਤੇ ਉਂਗਲੀ ਉਠਾ ਸਕੇ, ਪਰ ਫਿਰ ਵੀ ਖੱਟਣੇ ਵਾਲੇ ਆਪਣਾ ਕੰਮ ਕਰੀ ਜਾ ਰਹੇ ਨੇ, ਉਹ ਆਪਣਾ ਕਰੀ ਜਾਣਾ, ਅਸੀਂ ਆਪਣਾ ਕਰੀ ਜਾਣਾ। ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਬੱਚਾ ਜ਼ਰੂਰ ਸਪਾਂਸਰ ਕਰੋ ਤੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਬਾਬਾ ਜੀ ਨੂੰ ਜ਼ਰੂਰ ਜਾ ਕੇ ਮਿਲੋ। ਜੇ ਤੁਸੀਂ ਬੜੀ ਸੇਵਾ ਕਰ ਸਕਦੇ ਹੋ, ਇੱਕ ਸਕੂਲ ਹੀ ਜੇ ਕੋਈ ਸੰਸਥਾ ਹੈ 500 ਸਕੂਲ ਦਾ ਟਾਰਗੇਟ ਹੈ, ਜੇ ਇੱਕ ਸਕੂਲ ਹੀ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਬਹੁਤ ਵੱਡੀ ਗੱਲ ਹੈ, ਉਹ ਵੀ ਠੀਕ ਹੈ। ਕੋਈ ਗੁਰੂ ਘਰ ਸਕੂਲ ਸਪਾਂਸਰ ਕਰਨਾ ਚਾਹੇ, ਕਿਉਂਕਿ ਜਿਹੜੀ ਗੁਰਦਾਸਪੁਰ ਅੰਮ੍ਰਿਤਸਰ ਜਿਹੜੀ ਬਾਰਡਰ ਬੈਲਟ ਹੈ ਉਹਦੇ ਵਿੱਚ ਬਹੁਤ ਜਿਹੜੇ ਕ੍ਰਿਸਚੀਅਨ ਸਕੂਲ ਹੈਗੇ ਨੇ, ਉਹ ਸਿੱਖਾਂ ਨੂੰ ਕਹਿੰਦੇ ਕਿ ਤੁਸੀਂ ਕੋਈ ਨਹੀਂ ਆਪਣਾ ਇਨੀਸ਼ੀਅਲੀ ਸਿੱਖੀ ਸਰੂਪ ਤੇ ਰਹੋ, ਪਰ ਉਹਨਾਂ ਨੂੰ ਲਿਜਾਂਦੇ ਕ੍ਰਿਸਚੀਅਨਿਟੀ ਪਾਸੇ ਹੈਗਾ, ਹਨਾ ਜੀ 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 ਜੀ। ਤੇ ਸਾਡੇ ਇਹਨਾਂ ਸਕੂਲਾਂ ਦੀ ਬਹੁਤ ਜ਼ਰੂਰਤ ਹੈ ਇਸ ਵੇਲੇ ਜੀ ਜੀ ਬਿਲਕੁਲ। ਵੱਧ ਚੜ ਕੇ ਇਹਦੇ ਹਿੱਸਾ ਪਾਓ ਤੇ ਰੀਬੂਟ ਪੰਜਾਬ ਨੂੰ ਮੁੜ ਕੇ ਫਿਰ ਅਸੀਂ ਬੁਲੰਦੀਆਂ ਤੇ ਜੀ। ਬਿਲਕੁਲ ਜੀ, ਬਿਲਕੁਲ ਜੀ। ਅਸੀਂ ਸਾਰੇ ਹੀ ਉਮੀਦ ਕਰਦੇ ਹਾਂ ਕਿ ਸਾਡਾ ਪੰਜਾਬ ਜੋ ਪਹਿਲਾਂ ਦੀ ਤਰ੍ਹਾਂ ਹੀ ਖੁਸ਼ਹਾਲ ਹੋ ਜਾਏ, ਹੋਰ ਵੀ ਜ਼ਿਆਦਾ ਖੁਸ਼ਹਾਲ ਹੋਵੇ, ਆਸੇ-ਪਾਸੇ ਦੇ ਸੂਬੇ ਵੀ ਜੋ ਹੈ ਸਾਰੇ ਹੀ ਖੁਸ਼ਹਾਲ ਰਹਿਣ। ਅਸੀਂ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਦੋਸਤੋ, ਮੈਂ ਕਹਿਣਾ ਚਾਹਾਂਗਾ ਕਿ ਜ਼ਿੰਦਗੀ ਜੋ ਹੈ ਇੱਕ ਐਸਾ ਸਫ਼ਰ ਹੈ ਜਿਹਦੇ ਵਿੱਚ ਚੰਗੇ ਮਾੜੇ ਸਮੇਂ ਆਉਂਦੇ ਰਹਿਣੇ ਆ, ਅਪਸ ਐਂਡ ਡਾਊਨਸ ਆਉਂਦੇ ਰਹਿਣੇ ਆ, ਬਟ ਉਹਦੇ ਵਿੱਚ ਕੋਈ ਨਸ਼ੇ ਦਾ ਸਹਾਰਾ ਲੈਣਾ, ਚਿੱਟੇ ਦਾ, ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸਹਾਰਾ ਲੈਣਾ ਕੋਈ ਵਾਈਜ਼ ਨਹੀਂ ਹੁੰਦਾ। ਸਗੋਂ ਤੁਸੀਂ ਇੱਕ ਚੰਗਾ ਦੋਸਤ ਬਣਾਓ, ਉਹਨਾਂ ਚੰਗੇ ਦੋਸਤਾਂ ਦੇ ਸਹਾਰੇ ਲਓ। ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਪੋਰਟ ਸਾਨੂੰ ਮਿਲੀ ਹੈ ਤੇ ਅਸੀਂ ਉੱਥੋਂ ਇਹੀ ਪ੍ਰੇਰਣਾ ਲਈ ਕਿ ਅਸੀਂ ਵੀ ਅੱਗੇ ਲੋਕਾਂ ਨੂੰ ਜੋ ਹੈ ਸਪੋਰਟ ਕਰੀਏ ਉਸੇ ਤਰ੍ਹਾਂ। ਤੇ ਇੱਕ ਗੱਲ ਮੈਂ ਅਖੀਰ 'ਚ ਜ਼ਰੂਰ ਕਹਿਣਾ ਚਾਹਾਂਗਾ ਕਿ ਸਮਾਂ ਹਮੇਸ਼ਾ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ, ਦਾ ਟਾਈਡ ਆਲਵੇਜ਼ ਟਰਨਸ। ਤੇ ਜੇਕਰ ਤੁਸੀਂ ਵੀ ਕਲਗੀਧਰ ਟਰਸਟ ਦੇ ਇਹਨਾਂ ਉਪਰਾਲਿਆਂ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਡੋਨੇਟ ਕਰਨਾ ਚਾਹੁੰਦੇ ਹੋ, ਸਪਾਂਸਰਸ਼ਿਪ ਕਰਨਾ ਚਾਹੁੰਦੇ ਹੋ ਕਿਸੇ ਬੱਚੇ ਦੀ ਐਜੂਕੇਸ਼ਨ ਨੂੰ, ਤੁਸੀਂ ਸਾਡੇ ਟੀਵੀ ਸਕਰੀਨ ਤੇ ਆ ਰਹੇ ਕੰਟੈਕਟ ਨੰਬਰ, ਵੈਬਸਾਈਟ ਤੇ ਈਮੇਲ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਫੀਡਬੈਕ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਅਗਲੀ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Dear viewers, I will not summarize succinctly the takeaways from this webinar. The first and foremost takeaway is that we all must realize the magnitude of the huge problem that we are facing. Any problem, कोई भी समस्या जिस दे कारण दुनिया विच हर साल
1.25 करोड़ व्यक्ति मर रहे हैं केवल तंबाकू और एल्कोहल दे नाल, लाजमी है कि वो प्रॉब्लम बहुत ज़्यादा सीरीयस है तो उसनूं सानू एड्रैस करना पेगा। दिस इज़ द फर्स्ट टेक अवे दैट द प्रॉब्लम इज़ वेरी ह्यूज and very serious. It is going to destroy generations. Now even in Punjab we find that as of today, I am not alluding to alcohol or tobacco, we have 3 lakh people addicted to just opiates. You can imagine the seriousness. Now what is the solution? Having worked on this problem for 16 long years managing a center, we have come to one conclusion, that establishing detox and rehab centers or de-addiction center is not the solution. It is too expensive, too time consuming. 16 ਸਾਲਾਂ ਵਿੱਚ ਅਸੀਂ केवल 8000 ਮਰੀਜ਼ ਦਾ ਇਲਾਜ ਕਰ ਪਾਏ ਹਾਂ। फिर सवाल आता है कि इस समस्या का सोल्यूशन की है? वेल, वी हैव 3 solutions. The first is prevention. The second solution also is prevention, and I'm afraid the third solution also comes out to be prevention only. इस बीमारी तो दूर रहने वास्ते इक्को ही तरीका है कि असी अपने बच्चे संभाल लईए। What are the steps involved now? The first step is to identify the vulnerable children. उन बच्चों को आइडेंटिफाई करना है ਜਿਹੜੇ ਬੱਚੇ ਨਸ਼ੇ ਵਿੱਚ ਜਾ ਸਕਦੇ ਹਨ। ਉਹ ਕਿਸ ਤਰ੍ਹਾਂ ਦੇ ਪਰਿਵਾਰਾਂ ਚੋਂ ਹਨ? ਪਹਿਲਾ, from broken families. Second, where we have domestic violence. And third, where substances are already being abused in the family by elders. Next issue is, who will identify such children? We all have to take up this cause. Since the problem is huge, we all have to address it. But the main share of this comes on educators, on teachers, right from the kindergarten to the PhD. पर सब तो ज़्यादा रोल इस विच छोटे बच्चों के टीचर्स का है, क्योंकि जड़ा भी माइंड दी फॉर्मेटिव ईयर्स हैं वो छोटे होंदे हैं। 3 साल तो 6 साल की उम्र विच बच्चे दे माइंड दे पैटर्नस बन जाते हैं। सो केजी टीचर्स का इस विच बहुत ज़्यादा अहम रोल है। असी जद भी देखिए कि साडा कोई बच्चा उदास है, चुप रह रहा है, स्कूल नहीं आ रहा, ही इज़ थ्रोइंग टेंट्रम्स, ही इज़ अनकेप्ट, अनरूली, एग्रेसिव, फाइटिंग विद अदर्स, ਇਹੋ ਜਿਹੇ ਬੱਚੇ ਅਸੀਂ ਆਈਡੈਂਟੀਫਾਈ ਕਰ ਲੈਣੇ ਹਨ और सानू समझ आ जाना चाहिए कि इस बच्चे नू मेरी ज़्यादा लोड़ है। उसनू प्यार नाल, कंपैशन नाल, काउंसलिंग नाल उसनू असी हल करना है, ताकि ये बच्चों नू इतनी सपोर्ट मिल जाए कि इन्होंने समझ आ जाए कि भी मैं वो चीज़ां नहीं करनियां जो मैं अपने परिवार विच देख रहा। ये तो एक तरीका सीगा आइडेंटिफाई करदा बच्चों नू। दूसरा तरीका की है, स्टेप 2 is teaching values and spirituality to children. This is what the Akal Academies have been doing for the last 30 years, and this, I'm afraid, is the long lasting solution. We have seen it by example, by doing it and going through it. May I take this opportunity to give a clarion call to all governments of the world to incorporate teaching of values and spirituality in all educational institutions right from the early years. This is the need of the hour, and this is the parting message which we would like to give you all. I thank you all the 35,000 or 40,000 members who participated in today's webinar, and let's all resolve that we'll make this world drug free for the generations to come. We conclude today's seminar by some memorable divine pearls from Honorable Baba Iqbal Singh ji. Thank you very much, please. ਸੰਗਤ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਪੰਜਾਬ ਨੂੰ 5 ਦਰਿਆ ਹੁੰਦੇ ਸੀ ਤਾਂ ਇਹਦਾ ਨਾਂ ਪੰਜਾਬ ਬਣਿਆ ਸੀ। ਅੱਜ 6ਵਾਂ ਦਰਿਆ ਜਿਹੜਾ ਚੱਲ ਪਿਆ, ਜਿਹੜਾ ਨਸ਼ਿਆਂ ਦਾ, ਉਹਦੇ ਨਾਲ ਸਾਰੇ ਤਬਾਹ ਹੋ ਰਹੇ ਨੇ, ਬੱਚਿਆਂ ਤੋਂ ਲੈ ਕੇ ਬੁੱਢੇ ਤੱਕ ਸਾਰੇ। ਇਹਦੇ ਲਈ ਅਸੀਂ ਕੀ ਕਰ ਰਹੇ ਹਾਂ? ਜਸਟ ਐਗਜ਼ਾਮਪਲ, ਇੱਕ ਡੀ ਐਡਿਕਸ਼ਨ ਸੈਂਟਰ ਖੋਲ੍ਹਿਆ ਚੀਵਾਂ, ਉਹਦੇ ਵਿੱਚ ਤਕਰੀਬਨ ਲਗਭਗ 4000 ਮਰੀਜ਼ ਉਹਨਾਂ ਨੂੰ
ਠੀਕ ਕਰ ਚੁੱਕਿਆ। ਉਹਦਾ ਟੈਕਨੀਕ ਕੀ ਆ, ਡਰੱਗ ਤੇ ਨੂੰ ਬਚਣ ਵਾਸਤੇ ਦਵਾਈਆਂ ਦੇ ਦਿੰਦੇ ਨੇ, ਮਗਰ ਨਾਲ ਉਹਨਾਂ ਨੂੰ ਨਾਮ ਬਾਣੀ ਸਿਮਰਨ ਕਰਵਾਉਂਦੇ ਨੇ, ਸਵੇਰੇ ਵੀ ਉਠਾਉਂਦੇ ਨੇ, ਸ਼ਾਮ ਨੂੰ ਵੀ ਕਰਦੇ ਨੇ, ਬਾਣੀ ਪੜ੍ਹਦੇ ਨੇ। ਸਪਿਰਚੁਅਲ ਵੈਲਿਊਜ਼ ਉਹਦੇ ਅੰਦਰ ਆਉਂਦੀ ਆ, ਰੂਹਾਨੀ ਤਾਕਤ ਆਉਂਦੀ ਆ, ਜਿਹਦੇ ਨਾਲ ਉਹਨਾਂ ਨੂੰ ਕਰਜ਼ ਹੁੰਦੀ ਹੈ ਕਿ ਅਸੀਂ ਦੁਬਾਰਾ ਇਸ ਤਰ੍ਹਾਂ ਕਰੀਏ। ਇਹ ਸਾਡਾ ਬੜਾ ਨਵਾਂ ਟੈਕਨੀਕ ਆ। ਅਸੀਂ ਡਰੱਗ ਦੇ ਨਾਲ ਸਪਿਰਚੁਅਲਿਟੀ ਜੋੜ ਕੇ ਤੇ ਉਹਨਾਂ ਨੂੰ ਪਰਮਾਨੈਂਟਲੀ ਇਹੋ ਜਿਹੇ ਨੇਕ ਅੱਛੇ ਬਣਾ ਦਿੰਦੇ ਆਦਮੀ ਕਿ ਉਹ ਦੂਸਰਿਆਂ ਨੂੰ ਵੀ ਮੋਟੀਵੇਟ ਜਾ ਕਰਦੇ ਨੇ ਕਿ ਤੁਸੀਂ ਇਹ ਛੱਡੋ ਇਸ ਤਰ੍ਹਾਂ। ਤਾਂ ਕਹਿਣ ਦਾ ਭਾਵ ਹੈ ਵੀ ਇਹ ਜ਼ਰੂਰੀ ਗੱਲ ਆ ਕਿ ਜਿੱਥੇ ਡਰੱਗਸ ਹੁੰਦੇ ਨੇ ਦੂਸਰੇ ਵੀ ਹੈ, ਉਹਦੇ ਨਾਲ ਰੂਹਾਨੀ ਤਾਕਤ ਵੀ ਬਾਟ ਵੀ ਅਗਰ ਪਰਮਾਤਮਾ ਦਾ ਕੀਤਾ ਜਾਏ, ਉਹਦੇ ਨਾਲ ਡਰ ਭੈ ਹੁੰਦਾ, ਉਹਦੇ ਨਾਲ ਮਨ ਸਾਫ਼ ਹੁੰਦਾ, ਔਰ ਉਹਦੇ ਨਾਲ ਤੁਸੀਂ ਫਿਰ ਦੂਸਰਿਆਂ ਦਾ ਵੀ ਪਰਉਪਕਾਰ ਕਰ ਸਕਦੇ ਹੋ। ਸਾਡਾ ਤਜਰਬਾ ਹੋਇਆ ਹੈ ਚੀਮੇ ਜੋ ਡੀ-ਐਡਿਕਸ਼ਨ ਸੈਂਟਰ ਨਾਲ ਕਿ ਲਗਭਗ 4000 ਵਿਅਕਤੀ ਜਿਹੜੇ ਨੇ ਉਹ ਟ੍ਰੀਟ ਹੋ ਕੇ ਨਾਮ ਬਾਣੀ ਨਾਲ ਜੁੜ ਚੁੱਕੇ ਨੇ, ਔਰ ਦੂਸਰਿਆਂ ਨੂੰ ਵੀ ਉਹ ਮੋਟੀਵੇਟ ਕਰਕੇ ਡਰੱਗ ਤੋਂ ਛੁਡਾ ਰਹੇ ਨੇ, ਸ਼ਰਾਬਾਂ ਤੋਂ। ਤਾਂ ਇਹ ਮੇਰਾ ਇਹ ਬੇਨਤੀ ਹੈ ਕਿ ਅਸੀਂ ਇਹ ਮੁਹਿੰਮ ਚਲਾਈਏ ਔਰ ਇਹਦੇ ਨਾਲ ਪੰਜਾਬ ਨੂੰ ਬਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।